ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇਖਦੇ ਦਰਸ਼ਕਾਂ ਦਾ ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ। ਸੰਗਤ ਜੀ, ਅੱਜ ਤੁਹਾਡੇ ਅੱਗੇ ਇੱਕ ਵੱਡੀ ਖਬਰ ਅਸੀਂ ਇੱਕ ਲੈ ਕੇ ਆਏ ਹਾਂ ਕਿ ਦਿੱਲੀ ਦੇ ਜੋ ਕਿ ਸਿੱਖ ਵਕੀਲਾਂ ਨੇ ਇੱਕ ਸਿਆਸੀ ਹੜਕੰਪ ਮਚਾ ਦਿੱਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਨੋਟਿਸ, ਲੀਗਲ ਨੋਟਿਸ ਭੇਜਿਆ ਹੈਗਾ। ਉਹਦੀ ਅਸੀਂ ਕਾਪੀ ਵੀ ਤੁਹਾਨੂੰ ਸਕਰੀਨ ਤੇ ਦਿਖਾਵਾਂਗੇ ਔਰ ਉਹਦੇ ਵਿੱਚ ਕਿਹਾ ਹੈ ਕਿ ਜਿਹੜੇ ਵੀ ਸਿਆਸੀ ਪਾਰਟੀਆਂ ਦੇ ਜਿਹੜੇ ਦਫ਼ਤਰ ਨੇ, ਜਿਹੜੇ ਗੁਰਦੁਆਰਾ ਕਮੇਟੀ ਦਿੱਲੀ ਕਮੇਟੀ ਦੇ ਵਿੱਚ ਜੋ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹਨ, ਉਹਨਾਂ ਨੂੰ ਜਿਹੜਾ ਹੈਗਾ ਉਹ ਛੇਤੀ ਹੀ ਖਾਲੀ ਕਰਨ ਦਾ ਉਹਨਾਂ ਵੱਲੋਂ ਜੋ ਹੈ ਇੱਕ ਲੀਗਲ ਨੋਟਿਸ ਭੇਜਿਆ ਗਿਆ। ਉਸ ਲੀਗਲ ਨੋਟਿਸ ਦੇ ਵਿੱਚ ਕੀ ਗੱਲਾਂ ਹੋਈਆਂ ਉਹ ਸਾਰੀ ਜਾਣਕਾਰੀ ਲਵਾਂਗੇ। ਪਹਿਲੇ ਤੁਹਾਨੂੰ ਦੱਸ ਦਈਏ ਕਿ ਉਹ ਲੀਗਲ ਨੋਟਿਸ ਦੀ ਤੁਸੀਂ ਕਾਪੀ ਦੇਖ ਵੀ ਰਹੇ ਹੋ ਸਕਰੀਨ ਤੇ, ਔਰ ਕਿਉਂ ਉਹਨਾਂ ਨੇ ਉਹ ਲੀਗਲ ਨੋਟਿਸ ਭੇਜਿਆ ਔਰ ਕਿਸ ਆਧਾਰ ਤੇ ਉਹਨਾਂ ਨੇ ਉਹ ਲੀਗਲ ਨੋਟਿਸ ਭੇਜਿਆ, ਆਓ ਸਾਰੇ ਚੀਜ਼ਾਂ ਬਾਰੇ ਅਸੀਂ ਗੱਲਬਾਤ ਕਰਦੇ ਹੈਗੇ। ਮੈਂ ਇੰਟਰੋਡਿਊਸ ਕਰਾਂਗਾ ਤੁਹਾਨੂੰ। ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਕੁਲਜੀਤ ਸਿੰਘ ਸਚਦੇਵਾ ਜੋ ਕਿ ਐਡਵੋਕੇਟ ਨੇ, ਔਰ ਉਸ ਤੋਂ ਨਾਲ ਸਾਡੇ ਨਾਲ ਜਗਮਿੰਦਰ ਸਿੰਘ ਜੀ ਜੋ ਕਿ ਜੁੜੇ ਹੋਏ ਨੇ, ਉਹ ਵੀ ਇੱਕ ਐਡਵੋਕੇਟ ਨੇ। ਉਹਨਾਂ ਦੇ ਨਾਲ ਜੁੜਦੇ ਹੈਗੇ ਔਰ ਗੁਰੂ ਫਤਿਹ ਦੀ ਸਾਂਝ ਕਰਦੇ ਹਾਂ ਜੀ ਦੋਨਾਂ ਸੱਜਣਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ ਵੀਰ ਕੁਲਜੀਤ ਸਿੰਘ ਜੀ, ਜਗਮਿੰਦਰ ਸਿੰਘ ਜੀ, ਤੁਹਾਡੇ ਵੱਲੋਂ ਜੋ ਹੈ ਇੱਕ ਲੀਗਲ ਨੋਟਿਸ ਦਿੱਲੀ ਕਮੇਟੀ ਨੂੰ ਭੇਜਿਆ ਗਿਆ ਔਰ ਕਿਸ ਬੇਸ ਤੇ ਤੁਸੀਂ ਉਹ ਲੀਗਲ ਨੋਟਿਸ ਭੇਜਿਆ ਕਿ ਤੁਸੀਂ ਕਹਿ ਰਹੇ ਹੋ ਕਿ ਵੀ ਜਿਹੜੇ ਉਹ ਸਿਆਸੀ ਪਾਰਟੀਆਂ ਦੇ ਦਫ਼ਤਰ ਨੇ ਉਹ ਖਾਲੀ ਕਰ ਦਿੱਤੇ ਜਾਣ? ਉਹ ਤੁਸੀਂ ਕੀ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਜਿਹੜੇ ਉਹ ਦਫ਼ਤਰ ਹੈਗੇ ਨੇ ਕਿ ਉਹਨਾਂ ਦੇ ਬਾਰੇ ਗੱਲ ਕਰ ਰਹੇ ਹੋ ਜਾਂ ਕਿਸ ਦੇ ਬਾਰੇ ਗੱਲ ਕਰ ਰਹੇ ਹੋ? ਮੈਂ ਚਾਹਾਂਗਾ ਤੁਹਾਡੇ ਤੁਸੀਂ ਆਪਾਂ ਕਲੀਅਰਲੀ ਸੁਣੀਏ। ਵਿਜੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਿਹੜਾ ਆਧਾਰ ਹੈ ਉਹ ਦੋ ਬੇਸਿਕ ਡਾਕੂਮੈਂਟਸ ਦੇ ਉੱਪਰ ਹੈਗਾ। ਇੱਕ ਜਿਹੜਾ ਐਕਟ ਹੈ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕਨਸਟੀਟਿਊਟ ਕਰਦਾ ਹੈ, ਤੇ ਇੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਆਪਣਾ ਸੁਸਾਇਟੀ ਦਾ ਰੂਲਸ ਰੈਗੂਲੇਸ਼ਨਸ, ਜੋ ਬੜੇ ਹੀ ਇੱਕ ਸੁਚੱਜੇ ਢੰਗ ਨਾਲ ਗੁਰਦੁਆਰੇ ਸਾਹਿਬ ਨੂੰ ਕਿਵੇਂ ਆਪਰੇਟ ਕਰਨਾ ਹੈ, ਗੁਰਦੁਆਰੇ ਸਾਹਿਬ ਦੀ ਪ੍ਰਾਪਰਟੀਆਂ ਕਿਵੇਂ ਯੂਟਿਲਾਈਜ਼ ਹੋਣਗੀਆਂ, ਅਕਾਊਂਟਸ ਨੂੰ ਕਿਵੇਂ ਯੂਟਿਲਾਈਜ਼ ਕਰਨਾ, ਉਸ ਦੇ ਬਾਬਤ ਦੱਸਦਾ ਹੈ। ਤੇ ਜਦੋਂ ਅਸੀਂ ਦਿੱਲੀ ਸਿੱਖ ਗੁਰਦੁਆਰਾ ਐਕਟ ਨੂੰ ਦੇਖਦੇ ਹਾਂ ਤੇ ਉਹਦਾ ਜਿਹੜਾ ਪ੍ਰੀਐਂਬਲ ਹੈ, ਅਗਰ ਉਹਨੂੰ ਅਸੀਂ ਪੜ੍ਹੀਏ, ਮੈਂ ਇੱਕ ਲਾਈਨ ਪੜ੍ਹਨਾ ਕਿ ਐਨ ਐਕਟ ਟੂ ਪ੍ਰੋਵਾਈਡ ਫॉर द ਪ੍ਰੋਪਰ ਮੈਨੇਜਮੈਂਟ ਆਫ ਦ ਸਿੱਖ ਗੁਰਦੁਆਰਾਸ ਐਂਡ ਗੁਰਦੁਆਰਾਸ ਪ੍ਰਾਪਰਟੀ ਇਨ ਦਿੱਲੀ ਫॉर द ਮੈਟਰ ਕਨੈਕਟਡ ਹੇਅਰ ਵਿਦ। ਓਕੇ, ਸੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕੰਟਰੋਲ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਸਾਹਿਬਾਨ ਆਉਂਦੇ ਨੇ ਉਹਨਾਂ ਨੂੰ ਮੇਨਟੇਨ ਕਰਨਾ, ਉਹਨਾਂ ਦੀ ਵੈਲਫੇਅਰ ਕਰਨਾ, ਉਹਨਾਂ ਨੂੰ ਪ੍ਰੋਪਰਲੀ ਕੈਰੀ ਕਰਨਾ। ਤੇ ਸੈਕਸ਼ਨ 26 ਕਹਿੰਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਕੋਈ ਵੀ ਪੋਲੀਟੀਕਲ ਐਕਟੀਵਿਟੀਜ਼ ਨਹੀਂ ਹੋ ਸਕਦੀਆਂ, ਕੋਈ ਵੀ ਪੋਲੀਟੀਕਲ ਪਾਰਟੀਆਂ ਦੇ ਆਫਿਸ ਨਹੀਂ ਬਣ ਸਕਦੇ, ਤੇ ਨਾ ਹੀ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਮੋਟ ਕੀਤਾ ਜਾ ਸਕਦਾ। ਓਕੇ, ਤੇ ਇਹਦੇ ਨਾਲ ਇੱਕ ਹੋਰ 1988 ਦੇ ਵਿੱਚ ਇੱਕ ਐਕਟ ਆਂਦਾ ਹੈ ਜੋ ਹੈ ਦ ਰਿਲੀਜੀਅਸ ਇੰਸਟੀਟਿਊਸ਼ਨ ਐਂਡ ਪ੍ਰੀਵੈਂਸ਼ਨ ਆਫ ਮਿਸਯੂਜ਼ ਐਕਟ। ਓਕੇ, ਜੋ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਜਿੰਨੇ ਵੀ ਰਿਲੀਜੀਅਸ ਇੰਸਟੀਟਿਊਟਸ ਹੈਗੇ ਨੇ ਉਹਨਾਂ ਨੂੰ ਸਿਕਿਉਰ ਕਰਦਾ ਹੈ ਕਿ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੋਲੀਟੀਕਲ ਪਾਰਟੀਆਂ ਆਪਣੇ ਆਫਿਸਿਸ ਜਾਂ ਉਹਨੂੰ ਪੋਲੀਟੀਕਲੀ ਯੂਜ਼ ਨਾ ਕੀਤਾ ਜਾਏ। ਤੇ ਉਹਦੇ ਵਿੱਚ ਸੈਕਸ਼ਨ 3 ਦੇ ਵਿੱਚ ਮੈਨੇਜਰ ਦੀ ਡਿਊਟੀ ਬਣਦੀ ਹੈ, ਜੋ ਕਿ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਨੇ, ਬੀਇੰਗ ਅ ਕਸਟੋਡੀਅਨ, ਉਹਨਾਂ ਦੀ ਡਿਊਟੀ ਬਣਦੀ ਹੈ ਕਿ ਅਗਰ ਕੋਈ ਵੀ ਗੁਰਦੁਆਰੇ ਸਾਹਿਬ ਦੀ ਪ੍ਰਮਾਈਸਿਸ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੰਟਰਾਵੈਂਸ਼ਨ ਹੋ ਰਹੀ ਹੈ, ਕੋਈ ਵੀ ਪੋਲੀਟੀਕਲ ਅਫੇਅਰਸ ਹੋ ਰਹੇ ਨੇ, ਕੋਈ ਵੀ ਪੋਲੀਟੀਕਲੀ ਕੋਈ ਪ੍ਰਮਾਈਸ ਨੂੰ ਯੂਜ਼ ਕੀਤਾ ਜਾ ਰਿਹਾ ਹੈ, ਤੇ ਉਹਨਾਂ ਦੀ ਡਿਊਟੀ ਬਣਦੀ ਹੈ ਕੰਸਰਨਡ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਕਰਨਾ ਤੇ ਉਸ ਨੂੰ ਐਵਿਕਟ ਕਰਾਉਣਾ। ਜੀ ਵੀ ਜੀ। ਤੇ ਪਰ ਮੈਂ ਇਹਦੇ ਵਿੱਚ ਜਾਨਣਾ ਚਾਹਾਂਗਾ ਕਿ ਕੁਲਜੀਤ ਸਿੰਘ ਜੀ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਲੀਗਲ ਨੋਟਿਸ ਤੁਸੀਂ ਭੇਜਿਆ, ਉਸ ਦੇ ਵਿੱਚ ਤੁਸੀਂ ਜਿਹੜੀ ਆ ਮੰਗਾਂ ਕੀਤੀ ਹੈ ਉਸ ਦੇ ਵਿੱਚ ਉਹ ਕਿਸ ਦਾਇਰੇ ਦੇ ਵਿੱਚ ਕੀਤੀ ਹੈ? ਕਿਉਂਕਿ ਆਪਾਂ ਜੇ ਗੱਲ ਕਰੀਏ ਤਾਂ ਉੱਥੇ ਕਈ ਪਾਰਟੀਆਂ ਦੇ ਜਿਹੜੇ ਦਫ਼ਤਰ ਹੈਗੇ ਨੇ, ਆਪਾਂ ਜੇ ਦੇਖੀਏ ਤਾਂ ਆਪਾਂ ਜੇ ਗਿਣਦੇ ਜਾਂਦੇ ਆ, ਇੱਕ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦਾ ਦਫ਼ਤਰ ਹੈਗਾ ਪਿੱਛੇ, ਠੀਕ ਹੈ ਜੀ, ਜਿਹੜਾ ਕਿ ਬੈਕ ਸਾਈਡ ਦੇ ਵਿੱਚ ਹੈਗਾ। ਸੈਕੰਡਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਦਫ਼ਤਰ ਹੈਗਾ ਉੱਥੇ, ਯਾਨੀ ਕਿ ਸਰਨਾ ਧੜੇ ਦਾ, ਠੀਕ ਹੈ ਜੀ। ਉਸ ਤੋਂ ਇਲਾਵਾ ਇਹ ਦੋਨੋਂ ਦਫ਼ਤਰ ਤਾਂ ਹੱਦ ਤੋਂ ਬਾਹਰ ਹੈਗੇ ਨੇ, ਪਰ ਇੱਕ ਦਫ਼ਤਰ ਹੋਰ ਹੈਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦਾ, ਉਹਨਾਂ ਦਾ ਜਿਹੜਾ ਹੈਗਾ ਜੋ ਗੁਰਦੁਆਰਾ ਸਾਹਿਬ ਦੀ ਸਰਾਂ ਦੇ ਨਾਲ ਹੀ ਉੱਥੇ ਉਹਨਾਂ ਦਾ ਅੰਦਰ ਉਹਦੇ ਵਿੱਚ ਦਫ਼ਤਰ ਹੈਗਾ। ਯਾਨੀ ਕਿ ਇਹ ਤਿੰਨਾਂ ਪਾਰਟੀਆਂ ਦੇ ਉੱਪਰ ਜਿਹੜਾ ਹੈਗਾ ਇਹਨਾਂ ਦੇ ਦਫ਼ਤਰਾਂ ਦੇ ਉੱਪਰ ਇਹ ਗਾਜ ਆ ਸਕਦੀ ਹੈ। ਤੁਸੀਂ ਯਾਨੀ ਕਿ ਇਹਨਾਂ ਤਿੰਨਾਂ ਪਾਰਟੀਆਂ ਨੂੰ ਜਿਹੜਾ ਹੈਗਾ ਆਪਣੇ ਦਫ਼ਤਰ ਖਾਲੀ ਕਰਨ ਵਾਸਤੇ ਕਹਿ ਰਹੇ ਹੋ, ਪਰ ਤੁਹਾਨੂੰ ਕੀ ਲੱਗਦਾ ਕਿ ਇਹ ਪ੍ਰੈਕਟੀਕਲੀ ਕਿੱਦਾਂ ਪੋਸੀਬਲ ਹੈਗਾ?
ਔਰ ਐਕਟ ਦੇ ਆਧਾਰ ਤੇ ਤੁਸੀਂ ਕਿਹੜਾ ਜਿਹੜਾ ਪ੍ਰੋਵੀਜ਼ਨ ਤੁਸੀਂ ਸਾਨੂੰ ਦੱਸ ਰਹੇ ਹੋ ਕਿ ਉਹ ਕਿੱਦਾਂ ਉਹਨੂੰ ਖਾਲੀ ਕਰਾਇਆ ਜਾ ਸਕਦਾ ਹੈ, ਕਿ ਜੇ ਐਕਟ ਦੇ ਆਧਾਰ ਤੇ ਹੈਗੇ ਸੀ ਤੇ ਆਫਿਸ ਬਣ ਕਿੱਦਾਂ ਗਏ, ਵਾਰੀ-ਵਾਰੀ ਇੱਕ-ਇੱਕ ਕਰਕੇ 3 ਆਫਿਸ ਕਿੱਦਾਂ ਬਣ ਗਏ? ਉਦੋਂ ਵੀ ਤਾਂ ਐਕਟ, ਉਦੋਂ ਵੀ ਤਾਂ ਵੀ ਜੀ ਐਕਟ ਨੇ, ਉਦੋਂ ਵੀ ਤਾਂ ਗੁਰਦੁਆਰਾ ਵੀ ਜੀ ਡਾਇਰੈਕਟੋਰੇਟ ਇੱਥੇ ਮੌਜੂਦ ਹੈਗਾ, ਗੁਰਦੁਆਰਾ ਡਾਇਰੈਕਟ ਨੇ ਉਦੋਂ ਵੀ ਤਾਂ ਗੱਲ ਕੀਤੀ ਹੋਏਗੀ ਨਾ ਜੀ। ਦੇ ਵਿੱਚ ਗੱਲ ਇਧਰ ਆਦੀ ਹੈ ਆਪਣੀ ਵਿਲ ਔਰ ਵਿਸ਼ੇਸ ਦੀ। ਅੱਜ ਜਿਹੜੀ ਸਿਚੁਏਸ਼ਨ ਆ ਚੁੱਕੀ ਹੈ ਕਿ ਪਿਛਲੇ 10 15 20 ਸਾਲਾਂ ਦੇ ਵਿੱਚੋਂ ਹੂੰ ਅਗਰ ਤੁਸੀਂ ਕੈਲਕੂਲੇਟ ਕਰੋ, ਤੁਸੀਂ ਹੁਣੇ 3 ਧੜਿਆਂ ਦੇ ਨਾਮ ਲਏ ਨੇ, ਉਧਰ 3 ਆਫਿਸ ਨੇ ਜਾਂ 4 ਆਫਿਸ ਨੇ, ਇਸ ਬਾਬਤ ਮੈਂ ਕਮੈਂਟ ਨਹੀਂ ਕਰਾਂਗਾ, ਲੇਕਿਨ ਆਫਿਸ ਦੀ ਆਪਰੇਟਿਵ ਕਾਸਟ ਅਗਰ ਤੁਸੀਂ ਕੈਲਕੂਲੇਟ ਕਰੋ, ਸਾਰੀ ਆਪਰੇਟਿਵ ਕਾਸਟ ਗੁਰੂ ਸਾਹਿਬ ਦੀ ਗੋਲਕ ਚੋਂ ਜਾ ਰਹੀ ਹੈ। ਉਹ ਤੋਂ ਇੱਕ ਸਿੰਪਲ ਜਵਾਬ ਦਿਓ ਕਿ ਅਗਰ ਕੋਈ ਪੋਲੀਟੀਕਲ ਪਾਰਟੀ ਹੈ, ਕੋਈ ਰਿਲੀਜੀਅਸ ਪਾਰਟੀ ਇੱਕ ਗੁਰਦੁਆਰੇ ਪਰਮਾਈਸਿਸ ਦੇ ਵਿੱਚ ਇੱਕ ਆਪਣਾ ਆਫਿਸ ਆਪਰੇਟ ਕਰ ਰਹੀ ਹੈ, ਤੇ ਉਹ ਜਿਹੜੀ ਕਾਸਟ ਹੈ ਉਹ ਕਾਸਟ ਡਾਇਰੈਕਟਲੀ ਗੋਲਕ ਦੇ ਉੱਪਰ ਕਾਸਟ ਹੈ, ਉਹਨਾਂ ਦੀ ਪਰਸਨਲ ਪਾਕਟ ਦੇ ਕਾਸਟ ਨਹੀਂ ਹੈ। ਅੱਜ ਅਗਰ 1000 ਸਕੁਅਰ ਫੀਟ ਦਾ ਅਗਰ ਤੁਸੀਂ ਆਫਿਸ ਕਨੌਟ ਪਲੇਸ ਏਰੀਆ ਦੇ ਵਿੱਚ ਲੈਂਦੇ ਹੋ, ਜਿਹਦੀ ਐਵਰੇਜ ਕਾਸਟ 2 ਤੋਂ 2.5 ਲੱਖ ਰੁਪਏ ਹੈਗੀ ਹੈ, ਅਗਰ ਤੁਸੀਂ ਇਹਨੂੰ ਈਅਰਲੀ ਕੈਲਕੂਲੇਟ ਕਰੋ, that would be around 20-30 ਲੱਖ ਰੁਪਏ ਇੱਕ ਆਫਿਸ ਦੀ ਗੱਲ ਮੈਂ ਕਰ ਰਿਹਾ। ਅਗਰ ਸਾਰੀ ਪੋਲੀਟੀਕਲ ਪਾਰਟੀਆਂ, ਅਗਰ ਸਾਰੀ ਰਿਲੀਜੀਅਸ ਪਾਰਟੀਆਂ ਅਗਰ ਆਪਣੇ ਵਾਸਤੇ ਆਫਿਸ ਦੀ ਡਿਮਾਂਡ ਕਰਨਗੀਆਂ ਤੇ ਸਾਲ ਦਾ ਲੱਖ ਕਰੋੜ ਰੁਪਏ ਦਾ ਬਜਟ ਉਹਨਾਂ ਦੀ ਮੇਨਟੇਨੈਂਸ ਤੇ ਆਏਗਾ, ਤੇ ਇਹ ਲੀਗਲੀ ਵਾਜਿਬ ਹੈ। ਓਕੇ ਓਕੇ। ਔਰ ਇਹ ਅੱਜ ਜਿੱਥੇ ਅਸੀਂ ਜਿੱਥੇ ਆਪਣੇ ਸਕੂਲ ਨੂੰ ਮੇਨਟੇਨ ਨਹੀਂ ਕਰ ਪਾ ਰਹੇ, ਸਕੂਲ ਦੀ ਫੀਸ ਨਹੀਂ ਦੇ ਪਾ ਰਹੇ, ਟੀਚਰਾਂ ਦੀ ਵੈਲਫੇਅਰ ਨਹੀਂ ਕਰ ਪਾ ਰਹੇ, ਉਧਰ ਅਸੀਂ ਪੈਸੇ ਦੀ ਨੂੰ ਯੂਜ਼ ਨਾ ਕਰਕੇ ਅਸੀਂ ਇਹਨਾਂ ਤੇ ਆਪਣਾ ਪੈਸਾ ਅਸੀਂ ਸਪੈਂਡ ਕਰ ਰਹੇ ਹਾਂ, ਇਹ ਕਿੰਨਾ ਵਾਜਿਬ ਹੈ? ਨਹੀਂ, ਪਰ ਇਹ ਤੁਸੀਂ ਗੱਲ ਠੀਕ ਕਹਿ ਰਹੇ ਹੋ ਕਿ ਡਿਮਾਂਡ ਜਿਹੜੀ ਹੈ ਥੋੜੀ ਜਿਹੀ ਪਿਛਲੇ ਦਿਨਾਂ ਦੇ ਵਿੱਚ ਆਈ ਵੀ ਸੀਗੀ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਪੰਥਕ ਸੇਵਾ ਦਲ ਨੇ ਵੀ ਡਿਮਾਂਡ ਕੀਤੀ ਸੀਗੀ ਕਿ ਉਹਨਾਂ ਨੂੰ ਵੀ ਜਿਹੜਾ ਹੈਗਾ ਗੁਰਦੁਆਰਾ ਕਮੇਟੀ ਦੇ ਵਿੱਚ ਬਾਕੀ ਪਾਰਟੀਆਂ ਵਾਂਗ ਜੋ ਹੈ ਦਫ਼ਤਰ ਦਿੱਤਾ ਜਾਵੇ, ਤੇ ਕੱਲ ਨੂੰ ਹੁਣ ਜਾਗੋ ਪਾਰਟੀ ਹੈ, ਅੱਜ ਉਹ ਆਈ ਹੈ, ਉਹ ਵੀ ਡਿਮਾਂਡ ਕਰੇਗੀ। ਇਹ ਗੱਲ ਤੁਹਾਡਾ ਪੁਆਇੰਟ ਤੁਹਾਡਾ ਠੀਕ ਹੈ, ਪਰ ਤੁਸੀਂ ਕਿੱਦਾਂ ਇਹਨੂੰ ਤੁਸੀਂ ਇਹ ਦੱਸੋ ਨਾ ਕਿ ਹੁਣ ਤੱਕ ਇਹ ਆਫਿਸ ਤੁਸੀਂ ਕਹਿ ਰਹੇ ਹੋ, ਇਹ ਜਿਹੜਾ ਹੁਣ ਤੱਕ ਆਫਿਸ ਬਣੇ ਹੋਏ ਨੇ ਔਰ ਅੱਜ ਦੇ ਤਾਂ ਬਣੇ ਨਹੀਂ, ਪਤਾ ਨਹੀਂ ਕਿੰਨੇ ਸਾਲਾਂ ਦੇ, ਤੁਹਾਨੂੰ ਕੀ ਲੱਗਦਾ ਕਿ ਇਹ ਪ੍ਰੈਕਟੀਕਲੀ ਪੋਸੀਬਲ ਹੈਗਾ ਨਾ ਆਫਿਸਿਸ ਨੂੰ ਖਾਲੀ ਕਰਾਉਣਾ? ਹੋਰ ਉਹ ਜਿਹੜੀ ਇਸ ਸਮੇਂ ਉੱਥੇ ਜੋ ਕਾਬਿਜ਼ ਹੈਗੀਆਂ ਪਾਰਟੀਆਂ, ਔਰ ਪਹਿਲੇ ਅਕਾਲੀ ਦਲ ਦਿੱਲੀ ਦਾ ਵੀ ਉੱਥੇ ਕਾਫੀ ਟਾਈਮ ਜੋ ਕਿ ਉਹਨਾਂ ਨੇ ਜੋ ਕਿ ਦਿੱਲੀ ਕਮੇਟੀ ਦੀਆਂ ਸੇਵਾਵਾਂ ਕੀਤੀਆਂ, ਔਰ ਅਕਾਲੀ ਦਲ ਅੰਮ੍ਰਿਤਸਰ ਉਹਦੇ ਨਾਲ ਵੀ ਜਿਹੜਾ ਹੈਗਾ ਕਾਫੀ ਜੋ ਕਿ ਸਿੱਖ ਜਥੇਬੰਦੀਆਂ ਜਾਂ ਉਹਨਾਂ ਦੇ ਨਾਲ ਸਪੋਰਟ ਹੁੰਦੀ, ਤੁਹਾਨੂੰ ਲੱਗਦਾ ਕਿ ਇਹ ਸਾਰੇ ਇੱਕ ਵਾਰ ਨੂੰ ਜਿਹੜਾ ਹੈਗਾ ਉਹ ਤੁਹਾਡੇ ਖਿਲਾਫ ਆ ਜਾਣਗੇ ਇਸ ਚੀਜ਼ ਦੇ ਉੱਪਰ? ਦੇਖੋ ਵੀ ਜੀ, ਇੱਥੇ ਮੈਂ ਕਿਸੇ ਪੋਲੀਟੀਕਲ ਪਾਰਟੀ ਦੇ ਅਗੇਂਸਟ ਨਹੀਂ ਆ, ਸਭ ਨੇ ਆਪਣੇ ਆਪਣੇ ਸਮੇਂ ਦੇ ਵਿੱਚ ਆਪਣੀਆਂ ਆਪਣੀਆਂ ਸੇਵਾਵਾਂ ਨਿਭਾਈਆਂ ਨੇ, ਲੇਕਿਨ ਹੁਣ ਜਿਹੜੀ ਸਿਚੁਏਸ਼ਨ ਦੇ ਵਿੱਚ ਅਸੀਂ ਅੱਜ ਖੜੇ ਹਾਂ, ਅੱਜ ਤੁਸੀਂ ਆਪਣਾ ਪੂਰਾ ਅਸੀਂ ਆਪਣੇ ਸਿੱਖੀ ਦੇ ਕਿਰਦਾਰ ਨੂੰ ਵੇਖੀਏ ਕਿ ਪਿਛਲੇ 10-15 ਸਾਲਾਂ ਦੇ ਵਿੱਚ ਜੋ ਸਿੱਖੀ ਦਾ ਕਿਰਦਾਰ, ਮੈਂ ਇਸ ਬਾਰੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹਾਂਗੀ, ਉਹ ਕਿਰਦਾਰ ਹੈ ਜੋ ਅੱਜ ਤੋਂ 15-20 ਸਾਲ ਪਹਿਲੇ ਸਿੱਖ ਦਾ ਸੀਗਾ। ਅੱਜ ਅਗਰ ਪੋਲੀਟੀਕਲ ਪਾਰਟੀਆਂ ਗੁਰਦੁਆਰੇ ਦੀ ਪਰਮਾਈਸਿਸ ਨੂੰ ਯੂਜ਼ ਕਰ ਰਹੀਆਂ ਨੇ, ਤੇ ਅੱਜ ਅਸੀਂ ਸਟੈਂਡ ਕਿੱਥੇ ਕਰ ਰਹੇ ਹਾਂ? ਸਾਡਾ ਕਿਰਦਾਰ ਥੱਲੇ ਜਾ ਰਿਹਾ ਹੈ, ਸਿੱਖਾਂ ਦੇ ਡਿਵੋਰਸ ਰੇਟ ਵਧ ਰਹੇ ਨੇ, ਸਿੱਖਾਂ ਦੇ ਵਿੱਚ ਇੰਟਰਕਾਸਟ ਮੈਰਿਜਸ ਵਧ ਰਹੀ ਹੈ, ਤੇ ਇਦਾਂ ਦੇ ਹੋਰ ਕਈ ਸਾਰੇ ਸਵਾਲ ਹੈਗੇ ਨੇ ਜਿਨ੍ਹਾਂ ਦੇ ਬਾਬਤ ਕੋਈ ਵਿਚਾਰਧਾਰਾ ਨਹੀਂ ਹੈਗੀ। ਤੇ ਗੱਲ ਅਗਰ ਆਂਦੀ ਹੈ ਕਿ ਚੜ੍ਹਤ ਨੂੰ ਅਸੀਂ ਆਪਣੇ ਪਰਸਨਲ ਪ੍ਰੋਫਿਟ ਲਈ ਉਹਨੂੰ ਯੂਜ਼ ਕਰ ਰਹੇ ਹਾਂ। ਠੀਕ ਹੈ, ਸਾਡੇ ਨਾਲ ਜਗਵਿੰਦਰ ਸਿੰਘ ਜੀ ਵੀ ਇੱਥੇ ਮੌਜੂਦ ਨੇ। ਮੈਂ ਜਗਵਿੰਦਰ ਸਿੰਘ ਜੀ ਤੁਹਾਡੇ ਕੋਲ ਵੀ ਆਉਣਾ ਚਾਹਾਂਗਾ, ਤੁਸੀਂ ਇਸ ਬਾਬਤ ਕੀ ਜਾਣਕਾਰੀ ਦੇਣਾ ਚਾਹੋਗੇ ਕਿ ਜਿਸ ਤਰੀਕੇ ਤੁਸੀਂ ਜੋ ਦੱਸ ਰਹੇ ਹੋ ਕਿ ਜੀ ਐਕਟ ਦਾ ਹਵਾਲਾ ਤੁਸੀਂ ਦੇ ਰਹੇ ਹੋ ਕਿ ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ ਜਿਹੜਾ ਹੈਗਾ ਉਸ ਦੇ ਅਕੋਰਡਿੰਗ ਤੁਸੀਂ ਜੋ ਲੀਗਲ ਨੋਟਿਸ ਭੇਜਿਆ, ਪਰ ਦਿੱਲੀ ਕਮੇਟੀ ਵੱਲੋਂ ਇਸ ਦੇ ਉੱਪਰ ਕੀ ਤੁਹਾਨੂੰ ਕੋਈ ਕਾਲ ਜਾਂ ਪ੍ਰਤੀਕਿਰਿਆ ਆਈ ਹੈ? ਕਿਉਂਕਿ ਸਾਨੂੰ ਇਹ ਪਤਾ ਲੱਗਾ, ਮੈਂ ਜੋ ਕਾਲ ਕੀਤਾ ਹੈ, ਜਨਰਲ ਮੈਨੇਜਰ ਸਾਹਿਬ ਦਾ ਬਿਆਨ ਆਇਆ ਅਖਬਾਰ ਦੇ ਵਿੱਚ ਕਿ ਵੀ ਹਜੇ ਤੱਕ ਸਾਨੂੰ ਲੀਗਲ ਨੋਟਿਸ ਜਿਹੜਾ ਹੈਗਾ ਉਹ ਰਿਸੀਵ ਹੀ ਨਹੀਂ ਹੋਇਆ। ਸੋ ਇਹ ਵੀ ਇੱਕ ਗੱਲ ਹੈਗੀ। ਤੁਸੀਂ ਜਗਵਿੰਦਰ ਸਿੰਘ ਜੀ, ਤੁਸੀਂ ਇਸ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ? ਜੀ ਬਿਲਕੁਲ, ਜਿਹੜੀ ਤੁਹਾਡੇ ਕੋਲ ਜਾਣਕਾਰੀ ਆਈ ਹੈ ਬਿਲਕੁਲ ਠੀਕ ਆਈ ਹੈ ਕਿ ਪਹਿਲੇ ਦੀ ਗੱਲ ਹੈ ਕਿ ਜਨਰਲ ਮੈਨੇਜਰ ਸਾਹਿਬ ਦੀ ਕੋਈ ਪੋਸਟ ਹੀ ਦਿੱਲੀ ਗੁਰਦੁਆਰਾ ਐਕਟ ਦੇ ਵਿੱਚ ਹੈ ਹੀ ਨਹੀਂ। ਅੱਛਾ, ਹਾਂਜੀ। ਇਹ ਤੁਸੀਂ ਕੀ ਕਹਿ ਰਹੇ ਹੋ? ਹਾਂਜੀ ਹਾਂਜੀ, ਤੁਸੀਂ ਬਿਲਕੁਲ ਕ੍ਰਾਸ ਚੈੱਕ ਕਰ ਲਿਆ ਤੁਸੀਂ? ਅੱਛਾ, ਮੈਨੇਜਰ ਦੀ ਪੋਸਟ ਹੈਗੀ ਹੈ ਜੀ, ਜਨਰਲ ਮੈਨੇਜਰ ਦੀ ਕੋਈ ਪੋਸਟ ਨਹੀਂ ਹੈ। ਓਕੇ, ਹਾਂਜੀ ਹਾਂਜੀ, ਤਾਂ ਹੀ ਜਿਹੜਾ ਅਸੀਂ ਨੋਟਿਸ ਹੈਗਾ ਜੀ ਉਹ ਮੈਨੇਜਰ ਨੂੰ ਭੇਜਿਆ ਹੈਗਾ। ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਸੰਗਤ ਨੂੰ ਇਹ ਦੱਸਣਾ ਚਾਹਾਂਗਾ, ਦੇਖੋ ਜੀ ਇਹਨਾਂ ਦੇ ਡਿਪਾਰਟਮੈਂਟਸ ਵਿੱਚ ਹੀ ਕਿੰਨਾ ਕਮਿਊਨੀਕੇਸ਼ਨ ਗੈਪ ਹੈ ਕਿ ਲੀਗਲ ਨੋਟਿਸ ਭੇਜੇ ਨੂੰ 3 ਦਿਨ ਹੋ ਗਏ
ਤੇ 3 ਦਿਨ ਤੱਕ ਹਲੇ ਤੱਕ ਕਿਸੇ ਨੂੰ ਕੋਈ ਮਿਲਿਆ ਹੀ ਨਹੀਂ ਲੀਗਲ ਨੋਟਿਸ। ਬਿਆਨ ਤਾਂ ਇਹੀ ਆ ਰਹੇ ਉਧਰੋਂ। ਸਾਡੇ ਤੋਂ ਬਾਅਦ ਜਿਹੜੀ ਮੇਲਸ ਗਈਆਂ ਹੋਣਗੀਆਂ ਕਿ ਉਹ ਇਹਨਾਂ ਨੇ ਰੀਡ ਨਹੀਂ ਕੀਤੀਆਂ ਹੋਣਗੀਆਂ। ਇੱਕ ਗੱਲ ਦੱਸੋ ਕਿ ਅਗਰ ਉਸ ਤੋਂ ਬਾਅਦ ਕਿਸੇ ਨੇ ਕੋਈ ਡੋਨੇਸ਼ਨ ਦੀ ਮੇਲ ਕੀਤੀ ਹੋਏ ਤੇ ਉਹਨਾਂ ਨੇ ਰੀਡ ਨਹੀਂ ਕੀਤੀ ਹੋਏਗੀ। ਬਿਲਕੁਲ ਅੱਛਾ, ਯਾਨੀ ਕਿ ਤੁਸੀਂ ਜਿਹੜਾ ਇਹਨਾਂ ਨੂੰ ਜੋ ਲੀਗਲ ਨੋਟਿਸ ਜਿਹੜਾ ਹੈਗਾ ਮੇਲ ਰਾਹੀਂ ਵੀ ਜਿਹੜਾ ਹੈਗਾ ਤੁਸੀਂ ਮੇਲ ਰਾਹੀਂ ਵੀ ਭੇਜਿਆ, ਤੁਸੀਂ ਕਹਿਣਾ ਚਾਹ ਰਹੇ ਹੋ? ਈਮੇਲ, ਹਾਂਜੀ ਹਾਂਜੀ, ਅਸੀਂ ਮੇਲ ਰਾਹੀਂ ਹੀ ਭੇਜਿਆ ਹੈ। ਜਿਹੜਾ info@dsgmc ਵਾਲੀ ਮੇਲ ਹੈ ਉਹਦੇ ਤੇ ਭੇਜਿਆ, ਤੇ ਦੂਜੀ ਇਹਨਾਂ ਦੀ ਲੀਗਲ ਸੈੱਲ ਦੀ ਜਿਹੜੀ ਈਮੇਲ ਆਈਡੀ ਹੈ ਉਹਦੇ ਤੇ ਭੇਜਿਆ। ਹੁਣ ਤੁਸੀਂ ਕਹੋ ਜੀ ਕਿ ਲੀਗਲ ਸੈੱਲ ਨੂੰ ਵੀ ਨਹੀਂ ਮਿਲਿਆ ਤੇ ਇਨਫੋ ਵਾਲੀ ਈਮੇਲ ਤੇ ਵੀ ਨਹੀਂ ਮਿਲਿਆ, ਔਰ ਅੱਗੇ ਜਨਰਲ ਮੈਨੇਜਰ ਨੂੰ ਵੀ ਨਹੀਂ ਮਿਲਿਆ, ਅੱਗੇ ਕਿਸੇ ਮੈਂਬਰ ਨੂੰ ਵੀ ਨਹੀਂ ਮਿਲਿਆ, ਤਾਂ ਫਿਰ ਇਹ ਤਾਂ ਸਿਰਫ ਗੱਲਾਂ ਘੁਮਾਉਣ ਵਾਲੀ ਹੀ ਲੱਗ ਰਹੀਆਂ ਨੇ ਮੈਨੂੰ ਜਿੱਥੋਂ ਤੱਕ ਤੇ ਲੱਗਦਾ। ਬਟ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਅੱਜ ਦੇ ਟਾਈਮ ਵਿੱਚ ਹਰ ਮੈਂਬਰ ਨੂੰ ਇਹ ਖਬਰ ਤੇ ਹੋ ਹੀ ਗਈ ਹੈ ਕਿ ਇਸ ਤਰ੍ਹਾਂ ਦਾ ਕੋਈ ਲੀਗਲ ਨੋਟਿਸ ਆਇਆ ਤੇ ਇਸ ਦੇ ਉੱਤੇ ਕੋਈ ਨਾ ਕੋਈ ਜਵਾਬ ਦੇਣਾ ਬਣਦਾ ਹੈ। ਤੇ ਜਵਾਬ ਕੀ ਦੇਣਾ, ਤੇ ਅਸੀਂ ਤੇ ਇਹੀਓ ਰਿਕੁਐਸਟ ਕੀਤੀ ਹੈ ਜੀ, ਜਿਹੜੇ ਦਫ਼ਤਰ ਇੰਨੇ ਸਾਲਾਂ ਤੋਂ ਖੁੱਲੇ ਹੋਏ ਨੇ ਉਹਨਾਂ ਦਫ਼ਤਰਾਂ ਤੇ ਤਾਲਾ ਲਗਾਇਆ ਜਾਏ, ਤੇ ਜਿਨ੍ਹਾਂ ਨੇ ਦਫ਼ਤਰ ਖੋਲੇ ਨੇ ਉਹਨਾਂ ਦੇ ਕੋਲੋਂ ਜਿਹੜੇ ਐਕਸਪੈਂਸਿਸ ਹੁਣੇ ਤੱਕ ਉੱਥੇ ਹੋਏ ਨੇ ਇੱਕ ਅਪਰੋਕਸੀਮੇਟ ਐਕਸਪੈਂਸਿਸ ਲਗਾ ਕੇ ਕਿ ਬਿਜਲੀ ਦਾ ਕਿੰਨਾ, ਉੱਥੇ ਕਿਰਾਇਆ ਦਾ ਕਿੰਨਾ, ਕਿਉਂਕਿ ਸੈਂਟਰਲ ਇੰਨਾ ਪੌਸ਼ ਇਲਾਕਾ ਹੈ ਜੀ, ਸੈਂਟਰਲ ਦਿੱਲੀ ਦੇ ਵਿੱਚ ਕੋਈ ਆਫਿਸ ਸਸਤਾ ਮਿਲਦਾ ਨਹੀਂ, ਠੀਕ ਹੈ ਜੀ, ਤੇ ਉੱਥੇ ਇੰਨੇ ਲੱਖਾਂ ਰੁਪਏ ਦਾ ਰੈਂਟ ਇੰਨੇ ਸਾਲਾਂ ਦਾ ਜਿਹੜਾ ਬਣਦਾ ਉਹ ਇਹਨਾਂ ਕੋਲੋਂ ਵਸੂਲਿਆ ਜਾਏ। ਇੰਨੀ ਵੱਡੀ ਪਾਰਟੀਆਂ ਨੇ ਇਹਨਾਂ ਦੇ ਕੋਲ, ਇੰਨੀ ਵੱਡੀਆਂ MP, ਇੰਨੇ ਵੱਡੇ MPs ਨੇ, ਐਮਪੀਆਂ ਦੀ ਕੋਠੀਆਂ ਨੇ, ਉੱਥੇ ਕਿਉਂ ਨਹੀਂ ਦਫ਼ਤਰ ਬਣਾਉਂਦੇ? ਗੁਰਦੁਆਰਾ ਪ੍ਰਾਈਮੇਸਿਸ ਦੇ ਵਿੱਚ ਹੀ ਕਿਉਂ ਬਣਾਉਣੇ ਆ? ਅੱਜ ਇਹ 3 ਨੇ, ਕੱਲ ਨੂੰ 6 ਹੋਰ ਆ ਜਾਣਗੀਆਂ ਤੇ 6 ਹੋਰ ਦਫ਼ਤਰ ਖੁੱਲ ਜਾਣਗੇ। ਬਿਲਕੁਲ ਤੇ ਇੱਥੇ ਤੇ ਸਿਰਫ ਦਫ਼ਤਰ ਹੀ ਦਫ਼ਤਰ ਹੋ ਜਾਣਗੇ, ਹੋਰ ਤਾਂ ਫਿਰ ਕੁਝ ਪਤਾ ਨਹੀਂ ਕੀ ਰਹੇਗਾ, ਕੀ ਨਹੀਂ ਹਾਲਾਤ ਹੋ ਜਾਣਗੇ ਕੱਲ ਨੂੰ। ਕਿਉਂਕਿ ਜਿਹੜਾ ਕਾਬਜ਼ ਆ ਜਾਏਗਾ, ਸਿਆਸੀ ਪਾਰਟੀ ਕਾਬਜ਼ ਹੋ ਜਾਏਗੀ, ਉਹ ਆਪਣਾ ਦਫ਼ਤਰ ਖੋਲੇਗੀ। ਠੀਕ ਹੈ ਕੁਲਜੀਤ ਸਿੰਘ ਜੀ, ਐਕਟ ਦੇ ਵਿੱਚ ਕਿਹੜਾ, ਮੈਂ ਚਾਹਾਂਗਾ ਜੇ ਤੁਸੀਂ ਮੈਨੂੰ ਪ੍ਰੋਵੀਜ਼ਨ ਜੇ ਇੱਕ ਵਾਰੀ ਪੜ੍ਹ ਕੇ ਸੁਣਾ ਦਿਓ, ਜਾਂ ਤੁਸੀਂ ਉਹ ਕਿਹੜਾ ਲਾਈਨ ਹੈਗੀ ਹੈ ਜਿਹੜੀ ਕਹਿ ਰਹੀ ਹੈ ਕਿ ਤੁਸੀਂ ਜਿਹੜਾ ਆਫਿਸ ਨਹੀਂ ਖੋਲ ਸਕਦੇ, ਕੀ ਐਸਾ ਕੁਝ ਲਿਖਿਆ ਉਹਦੇ ਵਿੱਚ? ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਐਕਟ ਦਾ ਅਗਰ ਪਾਰਟ 4 ਨੂੰ ਦੇਖੀਏ ਜੋ ਸੈਕਸ਼ਨ 25 ਹੈ ਉਹ ਡਿਸਕ੍ਰਾਈਬ ਕਰਦਾ ਹੈ ਗੁਰਦੁਆਰਾ ਫੰਡ, ਕਿ ਅਸੀਂ ਫੰਡ ਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ। ਠੀਕ ਹੈ। 26 ਕਹਿੰਦਾ ਹੈ ਕਿ ਮੈਂ 26 ਦੀ ਲਾਈਨ ਪੜ੍ਹ ਰਿਹਾ, ਪ੍ਰੋਹਿਬਿਸ਼ਨ ਰਿਗਾਰਡਿੰਗ ਮੇਕਿੰਗ ਆਫ ਕੰਟਰੀਬਿਊਸ਼ਨ ਫॉर ਪੋਲੀਟੀਕਲ ਪਰਪਸ। ਓਕੇ, ਹੁਣ ਜਿਹੜਾ ਉੱਥੇ ਵੀ ਐਕਸਪੈਂਸਿਸ ਹੋ ਰਿਹਾ ਹੈ ਉਹ ਐਕਸਪੈਂਸਿਸ ਗੁਰੂ ਸਾਹਿਬ ਦੀ ਗੋਲਕ ਚੋਂ ਜਾ ਰਿਹਾ। ਓਕੇ, ਭਾਵੇਂ ਉਹ ਤੁਸੀਂ ਕਿਸੇ ਨੂੰ ਵੈਲਕਮ ਕਰ ਰਹੇ ਹੋ ਉਹਦੇ ਐਕਸਪੈਂਸਿਸ ਨੇ, ਭਾਵੇਂ ਉਹ ਸੇਵਾਦਾਰਾਂ ਦੀ ਸੈਲਰੀ ਉਹਦੇ ਐਕਸਪੈਂਸਿਸ ਨੇ, ਭਾਵੇਂ ਇਲੈਕਟ੍ਰਿਸਿਟੀ ਦੇ ਬਿਲਸ ਨੇ ਉਹਦੇ ਐਕਸਪੈਂਸਿਸ ਨੇ, ਉਹ ਪਾਰਟਿਕੂਲਰਲੀ ਪੋਲੀਟਿਕਲੀ ਪਰਪਸ ਲਈ ਉਹ ਆਫਿਸ ਯੂਜ਼ ਹੋ ਰਿਹਾ ਤੇ ਉਹ ਪੈਸਾ ਨਿਕਲ ਰਿਹਾ ਗੁਰੂ ਸਾਹਿਬ ਦੀ ਗੋਲਕ ਚੋਂ। ਇਹ ਟੈਕਨੀਕਲੀ ਪੋਲੀਟੀਕਲ ਪਰਪਸ ਲਈ ਪੈਸਾ ਯੂਜ਼ ਹੋ ਰਿਹਾ। ਦੂਸਰਾ, ਫਿਰ ਅੱਗੇ ਇੱਕ ਹੋਰ ਅਸੀਂ ਪਿੱਛੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ ਕਿ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਐਸ ਪਰ ਐਕਟ ਉਹਨਾਂ ਦੀ ਡਿਊਟੀ ਬਣਦੀ ਹੈ ਹਰ ਸਾਲ ਅਕਾਊਂਟਸ ਬੁੱਕ ਜੋ ਆਡਿਟ ਅਕਾਊਂਟਸ ਨੇ ਉਹ ਵੀ ਪਬਲਿਕੇਸ਼ਨ ਕਰੇ, ਉਹ ਵੀ ਐਕਟ ਪ੍ਰਸਕ੍ਰਾਈਬ ਕਰਦਾ ਹੈ। ਸੈਕਸ਼ਨ 27, 28 ਔਨਵਰਡਸ ਪ੍ਰਸਕ੍ਰਾਈਬ ਕਰਦਾ ਹੈ ਕਿ ਜੋ ਵੀ ਅਕਾਊਂਟ ਬੁੱਕਸ ਨੇ, ਜੋ ਵੀ ਆਡਿਟ ਰਿਕਾਰਡ ਨੇ, ਹਰ ਸਾਲ ਇੱਕ ਨਿਊਜ਼ਪੇਪਰ ਦੇ ਵਿੱਚ ਪਬਲਿਕੇਸ਼ਨ ਕਰਨਗੇ, ਹਰ ਗੁਰਦੁਆਰੇ ਦੀ ਵਾਲ ਤੇ ਅਫੈਕਸ ਕਰਨਗੇ। ਉਸ ਬਾਬਤ ਵੀ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਹਰ ਮਹੀਨੇ ਆਪਣੀ ਅਕਾਊਂਟਸ ਬੁੱਕ ਨੂੰ ਗੁਰਦੁਆਰੇ ਸਾਹਿਬ ਦੀ ਦੀਵਾਰਾਂ ਤੇ ਲਗਾਣਗੇ, ਉਸ ਬਾਬਤ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਨਹੀਂ, ਪਰ ਹਰ ਮਹੀਨੇ ਜਿਹੜਾ ਹੈਗਾ ਗੁਰਦੁਆਰਾ ਜਿਹੜਾ ਹੈਗਾ ਸੀਸਗੰਜ ਸਾਹਿਬ ਮੈਗਜ਼ੀਨ ਤਾਂ ਨਿਕਲਦੀ ਹੈ, ਉਸ ਦੇ ਵਿੱਚ ਤਾਂ ਸਾਰਾ ਵੇਰਵਾ ਦਿੱਤਾ ਜਾਂਦਾ ਹੈ। ਜਿਹੜਾ ਸੀਸਗੰਜ ਸਾਹਿਬ ਮੈਗਜ਼ੀਨ ਦੇ ਵਿੱਚ ਅਕਾਊਂਟ ਆਂਦਾ ਉਹ ਅਕਾਊਂਟ ਇਨਕੰਪਲੀਟ ਆਂਦਾ। ਅੱਛਾ। ਤੇ ਦੂਸਰਾ, ਐਸ ਪਰ ਐਕਟ ਅਗਰ ਇਲੈਕਸ਼ਨ ਅਸੀਂ ਐਸ ਪਰ ਐਕਟ ਕਰ ਰਹੇ ਹਾਂ ਤੇ ਬਾਕੀ ਪ੍ਰੋਵੀਜ਼ਨ ਨੂੰ ਵੀ ਅਸੀਂ ਐਸ ਪਰ ਐਕਟ ਲੈ ਕੇ ਚੱਲਾਂਗੇ। ਅਗਰ ਐਕਟ ਸਪੈਸੀਫਿਕਲੀ ਕਹਿੰਦਾ ਹੈ ਕਿ ਤੁਸੀਂ ਜਿਤਨੀ ਵੀ ਤੁਹਾਡੀ ਕਲੈਕਸ਼ਨਸ ਹੈ, ਮੰਥਲੀ ਕਲੈਕਸ਼ਨ ਹੈ, ਉਹਦਾ ਪੂਰਾ ਵੇਰਵਾ ਤੁਸੀਂ ਗੁਰਦੁਆਰਾ ਸਾਹਿਬ ਦੀ ਨੋਟਿਸ ਬੋਰਡ ਤੇ ਲਗਾਓਗੇ ਤੇ ਹਰ ਸਾਲ ਜਿਹੜੀ ਆਡਿਟ ਰਿਪੋਰਟ ਹੈ ਉਹ ਤੁਸੀਂ ਪਬਲਿਕੇਸ਼ਨ ਕਰੋਗੇ, ਉਹਦਾ ਪ੍ਰੋਪਰ ਪਬਲਿਕੇਸ਼ਨ ਕਰੋਗੇ। ਇਹਦੇ ਬਾਵਜੂਦ ਵੀ ਅੱਜ ਤੱਕ ਕੋਈ ਜਵਾਬਦਾਰੀ ਨਹੀਂ ਆਈ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਤੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਕਰੋੜਾਂ ਦਾ ਹੁਣ ਤੱਕ ਜੇ ਕਿਰਾਇਆ ਕੈਲਕੂਲੇਟ ਕੌਣ ਕਰੇਗਾ? ਤੁਸੀਂ ਕਹਿ ਰਹੇ ਹੋ ਕਿ ਬਿਜਲੀ, ਕਿਰਾਇਆ, ਬੱਤੀ, ਇਹ ਤਾਂ ਮੈਨੂੰ ਲੱਗਦਾ ਕਿ
ਹੁਣ ਤੱਕ ਦਾ ਜੇ ਤੁਸੀਂ ਕੈਲਕੂਲੇਟ ਕਰੋ, ਜੇ ਤੁਹਾਡੀ ਗੱਲ ਇੱਕ ਵਾਰ ਨੂੰ ਮੰਨ ਵੀ ਲਿੱਤੀ ਜਾਵੇ ਤਾਂ ਸਾਰੀ ਪਾਰਟੀਆਂ ਦਾ ਕਿਰਾਇਆ ਹੀ ਇੰਨਾ ਇਕੱਠਾ ਹੋ ਜਾਏਗਾ ਕਿ ਸ਼ਾਇਦ ਮੈਨੂੰ ਲੱਗਦਾ ਕਿ ਸਕੂਲਾਂ ਦੇ ਜਿਹੜੇ ਟੀਚਰਾਂ ਦੀ ਤਨਖਾਹ ਦੇਣੀਆਂ ਜ਼ਿਆਦਾ ਸਸਤੀਆਂ ਪੈਣਗੀਆਂ। ਜੀ ਬਿਲਕੁਲ ਬਿਲਕੁਲ। ਜੀ ਇੱਥੇ ਗੱਲ ਆਉਂਦੀ ਇੰਟੈਂਸ਼ਨ ਦੀ, ਹਾਂ ਕਿ ਸਾਡੀ ਇੰਟੈਂਸ਼ਨਸ ਕੀ ਨੇ। ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ, ਬਟ ਜਦੋਂ ਗੱਲ ਸਮਝ ਆ ਜਾਏ ਉਥੋਂ ਸ਼ੁਰੂ ਹੋ ਜਾਣਾ ਚਾਹੀਦਾ ਹੈ ਕਿ ਅੱਜ ਦੀ ਜਿਹੜੇ ਹਾਲਾਤ ਹੈਗੇ ਨੇ, ਅੱਜ ਦਾ ਜੋ ਅਸੀਂ ਕਿਸ ਤਰਫ ਜਾ ਰਹੇ ਹਾਂ ਤੇ ਆਉਣ ਵਾਲਾ ਟਾਈਮ ਕਿਹੜਾ ਸਾਡੇ ਵਾਸਤੇ ਖੜਾ ਹੈ, ਤੇ ਅੱਜ ਸਾਨੂੰ ਅਲਰਟ ਹੋਣਾ ਪਏਗਾ। ਸਾਨੂੰ ਇੱਕ ਇੱਕ ਰੁਪਏ ਵਾਸਤੇ ਖੜਾ ਹੋਣਾ ਪਏਗਾ, ਕਿਉਂਕਿ ਇਹ ਕੌਮ ਦਾ ਪੈਸਾ ਹੈ। ਨਹੀਂ ਪਰ ਨਾ ਉਹ ਮੇਰਾ ਪੈਸਾ ਨਾ ਉਹ ਤੁਹਾਡਾ ਪੈਸਾ। ਨਹੀਂ ਪਰ ਮੈਂ ਜਾਣਾ ਜਗਮਿੰਦਰ ਜੀ, ਮੈਂ ਤੁਹਾਡੇ ਤੋਂ ਸਵਾਲ ਹੋਏਗਾ, ਆਪਾਂ ਜੇ ਉੱਥੇ ਰਾਜਨੀਤਿਕ ਪਾਰਟੀਆਂ ਦੇ ਜਾਂ ਸਿਆਸੀ ਪਾਰਟੀਆਂ ਦੇ ਜੇ ਆਪਾਂ ਜੇ ਕਹਿ ਲਈਏ ਜੇ ਦਫ਼ਤਰ ਹੈਗੇ ਵੀ ਹੈ, ਤੇ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਦੇ ਵਜੋਂ ਹੈਗੀ ਹੈ ਜੋ ਕਿ ਧਾਰਮਿਕ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਰਹਿੰਦੀ ਹੈਗੀ ਹੈ, ਹਾਵੀ ਰਹਿੰਦੀ ਹੈਗੀ ਹੈ। ਸੈਕੰਡਲੀ ਜੇ ਆਪਾਂ ਗੱਲ ਕਰ ਲਈ ਹੈ ਨੰਬਰ 2 ਤੇ ਅਕਾਲੀ ਦਲ ਦਿੱਲੀ, ਉਹ ਵੀ ਧਾਰਮਿਕ ਸਿਆਸਤ 'ਚ ਹੈਗੀ ਆ। ਅਕਾਲੀ ਦਲ ਅੰਮ੍ਰਿਤਸਰ, ਜੇ ਪਾਰਟੀਆਂ ਦੇ ਦਫ਼ਤਰ ਉੱਥੇ ਹੈਗੇ ਆ ਤੇ ਉੱਥੇ ਕਿਹੜਾ ਕੋਈ ਗਲਤ ਕੰਮ ਤਾਂ ਹੋ ਨਹੀਂ ਰਹੇ। ਉੱਥੇ ਕੋਈ ਜਿਹੜਾ ਹੈਗਾ ਕੋਈ ਗੈਰ ਸਿੱਖਾਂ ਵਾਸਤੇ ਜਾਂ ਕੋਈ ਉੱਥਾ ਕੋਈ ਐਸਾ ਕੰਮ, ਉੱਥੇ ਕੰਮ ਤਾਂ ਜਿਹੜਾ ਹੈਗਾ ਧਾਰਮਿਕ ਜਿਹੜਾ ਹੈਗਾ ਧਾਰਮਿਕ ਰਾਜਨੀਤੀ ਦਾ ਹੀ ਕੰਮ ਹੋ ਰਿਹਾ ਨਾ, ਕੋਈ ਅਲੱਗ ਤੋਂ ਉਸ ਤੋਂ ਇਲਾਵਾ ਕੋਈ ਐ ਤਾਂ ਹੈ ਨਹੀਂ ਕਿ ਵੀ ਦੂਸਰੀ ਪਾਰਟੀਆਂ ਦੇ ਬੰਦੇ ਵੀ ਉੱਥੇ ਆ ਕੇ ਬੈਠ ਰਹੇ। ਸਿਰਫ ਮਤਲਬ ਜੇ ਗੱਲ ਕਰੀਏ ਤਾਂ ਸਿੱਖ ਹੀ ਆ ਕੇ ਉੱਥੇ ਬੈਠ ਰਹੇ ਆ ਨਾ। ਇੱਕ ਸਿੱਧਾ ਜੇ ਸਵਾਲ ਹੈ ਤੇ ਇਹਦੇ ਵਿੱਚ ਜੇ ਉੱਥੇ ਆਉਂਦੇ ਆ ਤੇ ਜਿਹੜੀਆਂ 6 ਪਾਰਟੀਆਂ ਨੇ ਉਹਨਾਂ ਨੂੰ ਵੀ ਆਫਿਸ ਦੇ ਦੇਣਾ ਚਾਹੀਦਾ। ਬਾਕੀ ਦੀ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਜਾਂ ਰਿਲੀਜੀਅਸ ਪਾਰਟੀਆਂ ਨੇ ਜਿਨ੍ਹਾਂ ਕੋਲ ਆਫਿਸ ਨਹੀਂ ਹੈ ਕਿ ਉਹਨਾਂ ਨੂੰ ਵੀ ਦੇ ਦੇਣਾ ਚਾਹੀਦਾ। ਫਿਰ ਉਹ ਵੀ ਕਲੇਮ ਕਰਨਗੇ ਜੀ ਅਸੀਂ ਵੀ ਪੋਲੀਟੀਕਲ ਪਾਰਟੀਆਂ ਜਾਂ ਰਿਲੀਜੀਅਸ ਪਾਰਟੀ ਹੈਗੀਆਂ, ਸਾਨੂੰ ਵੀ ਜਗ੍ਹਾ ਦਿਓ। ਨਹੀਂ ਪਰ ਉਹ ਪਾਰਟੀਆਂ ਹਜੇ ਆਪਾਂ ਜੇ ਗੱਲ ਕਰੀਏ ਉਹ ਪਾਰਟੀਆਂ ਹਜੇ ਤੱਕ ਦਿੱਲੀ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ ਦੇ ਵਿੱਚ ਜਿੱਤ ਕੇ ਚੁਣ ਕੇ ਆਈਆਂ ਨਹੀਂ ਹੈ ਨਾ ਹਜੇ। ਜਾਂ ਤੇ ਇਹਦਾ ਕੋਈ ਆਧਾਰ ਹੋਵੇ ਜਾਂ ਤੇ ਕੋਈ ਪਾਰਟੀ ਐਸੀ ਆਵੇ, ਕਿਉਂਕਿ ਆਪਾਂ ਜੇ ਹੁਣ ਤੱਕ ਆਪਾਂ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਨੋਂ ਪਾਰਟੀਆਂ ਜਿਹੜੀਆਂ ਅੱਜ ਤੱਕ ਦਿੱਲੀ ਕਮੇਟੀ ਦੇ ਵਿੱਚ ਆਪਣੀਆਂ ਪ੍ਰਧਾਨਗੀ ਦੇ ਵਿੱਚ ਸੇਵਾਵਾਂ ਨਿਭਾ ਚੁੱਕੀ ਆ। ਹੋ ਸਕਦਾ ਹੈ ਇਸੇ ਤਹਿਤ ਹੀ ਇਹਨਾਂ ਨੇ ਇੱਕ ਬਾਹਰ ਕਮਰੇ ਦੇ ਵਿੱਚ ਦਫ਼ਤਰ ਖੋਲ ਲਿਆ ਹੋਵੇ, ਖੋਲ ਦਿੱਤਾ ਗਿਆ ਹੋਵੇ। ਕੀ ਪਤਾ ਕੱਲ ਨੂੰ ਇੱਕ ਜਦੋਂ ਤੀਸਰੇ ਤੇ ਰੱਖ ਕੇ ਜੇ ਜਿੱਤ ਕੇ ਆਂਦੀ ਹੈ ਕੱਲ ਨੂੰ ਉਹ ਵੀ ਜਿਹੜਾ ਹੈਗਾ ਇੱਕ ਦਫ਼ਤਰ ਖੋਲ ਸਕਦੀ ਹੈ। ਕਿਉਂਕਿ ਜੇ ਆਪਾਂ ਦੇਖਿਆ ਜਾਏ ਤੇ ਪਿੱਛੇ ਜੇ ਮਨਜੀਤ ਸਿੰਘ ਜੀਕੇ ਹਰਾਂ ਨੇ ਆਪਣੇ ਪਿਤਾ ਜੀ ਦੇ ਜਿਹੜੀ ਇੱਕ ਫਾਊਂਡੇਸ਼ਨ ਜਿਹੜੀ ਬਣਾਈ ਹੋਈ ਹੈ, ਉਹਨਾਂ ਦੇ ਜਿਹੜੇ ਪਿਤਾ ਜੀ ਦੇ ਨਾਮ ਤੇ ਜਿਹੜੀ ਹੈਗੀ ਹੈ ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਕਰਕੇ ਬਣਾਈ ਹੋਈ ਹੈ, ਉਹਨਾਂ ਨੇ ਆਪਣਾ ਇੱਕ ਦਫ਼ਤਰ ਖੋਲਿਆ ਸੀਗਾ ਤੇ ਉਸ ਦੇ ਉੱਪਰ ਵੀ ਕਾਫੀ ਚਰਚਾ ਹੋਈ ਸੀ। ਉਹ ਸੁਣਨ ਚ ਆਇਆ ਕਿ ਉਹ ਦਫ਼ਤਰ ਜਿਹੜਾ ਹੈਗਾ ਸ਼ਾਇਦ ਜਦੋਂ ਮਨਜੀਤ ਸਿੰਘ ਜੀਕੇ ਜਦੋਂ ਦਿੱਲੀ ਕਮੇਟੀ ਤੋਂ ਬਾਹਰ ਹੋਏ ਨੇ, ਪ੍ਰਧਾਨਗੀ ਤੋਂ ਬਾਹਰ ਹੋਏ ਨੇ, ਤਾਂ ਜਿਹੜਾ ਹੈਗਾ ਉਦੋਂ ਜਿਹੜਾ ਹੈਗਾ ਦਫ਼ਤਰ ਉਸ ਦੇ ਵਿੱਚ ਜਿਹੜਾ ਹੈਗਾ ਮਨਜਿੰਦਰ ਸਿੰਘ ਸਰਸਾਹਾਰਾ ਨੇ ਜਿਹੜਾ ਉਹਨੂੰ ਹੈਗਾ ਖਾਲੀ ਵੀ ਕਰਾਇਆ ਹੈਗਾ। ਤੇ ਯਾਨੀ ਕਿ ਜਦੋਂ ਕੋਈ ਪਾਰਟੀ ਜੇ ਮੰਨ ਲਓ ਕੱਲ ਨੂੰ ਤੀਸਰੀ ਪਾਰਟੀ ਆ ਜਾਏਗੀ, ਜੇ ਉਹਦੀ ਪ੍ਰਧਾਨਗੀ ਹੋਏਗੀ ਤਾਂ ਉਹ ਤਾਂ ਆਟੋਮੈਟਿਕਲੀ ਉਹਦੇ ਤੇ ਹੱਕ ਦੇ ਵਿੱਚ ਹੈਗਾ ਦਿੱਲੀ ਕਮੇਟੀ ਦੇ ਸਾਰੇ ਦਫ਼ਤਰਾਂ ਦੇ ਵਿੱਚ ਉਹਨਾਂ ਦਾ ਰਾਜ ਹੁੰਦਾ ਹੈਗਾ ਕਿ ਵੀ ਕਿਹੜੇ ਕਮਰੇ ਦੇ ਵਿੱਚ ਕਿਹਨੂੰ ਅਲਾਟ ਕਰਨਾ ਹੈਗਾ। ਤੇ ਨਾਲ ਕਈ ਤੇ ਤੁਹਾਨੂੰ ਲੱਗਦਾ ਜੇ ਕੋਈ ਤੀਸਰੀ ਪਾਰਟੀ ਆਏਗੀ ਤੇ ਆਪਣਾ ਦਫ਼ਤਰ ਉਹ ਆਪੇ ਬਣਾ ਲਏਗੀ? ਨਹੀਂ ਵੀਰ ਜੀ, ਦਫ਼ਤਰ ਇੱਥੇ ਬਣਾਉਣਾ ਹੀ ਕਿਉਂ ਹੈ? ਸਭ ਤੋਂ ਪਹਿਲੇ ਵੱਡੀ ਗੱਲ ਤੇ ਇਹ ਆਉਂਦੀ ਗੁਰਦੁਆਰੇ ਦੀ ਚੀਜ਼ਾਂ ਨੂੰ ਅਸੀਂ ਯੂਟਿਲਾਈਜ਼ ਕਿਉਂ ਕਰਨਾ। ਪਰ ਗੁਰਦੁਆਰੇ ਦੇ ਜੇ ਦੇਖਿਆ ਜਾਏ ਤਾਂ ਹੈ ਤਾਂ ਗੁਰਦੁਆਰੇ ਦੇ ਕੰਪਲੈਕਸ ਦੇ ਬਾਹਰ ਨਾ ਗੁਰਦੁਆਰਾ ਜਿਹੜਾ ਰਕਾਬਗੰਜ ਸਾਹਿਬ ਦੇਖਿਆ ਜਾਏ ਉਹ ਤੇ ਉਸ ਦੇ ਵਿੱਚ ਨਾ ਕਰਦੇ ਵੀ ਜੇ ਤੁਸੀਂ ਪੈਦਲ ਤੁਰ ਕੇ ਜਾਓ ਤੇ ਇੱਕ ਅੱਧੇ ਤੋਂ ਪੌਣੇ ਕਿਲੋਮੀਟਰ ਦਾ ਫਰਕ ਤਾਂ ਹੋਏਗਾ, ਅੱਧੇ ਕਿਲੋਮੀਟਰ ਦਾ ਰਸਤਾ ਹੋਏਗਾ, ਹੈਨਾ। ਤੇ ਨਾਲ ਉਹਨਾਂ ਨੇ ਇਸੇ ਕਰਕੇ ਚਾਰ ਦੀਵਾਰੀ ਵੀ ਕੀਤੀ ਹੋਈ ਹੈ। ਨਾਲ ਉਹ ਮੇਰੀ ਜੋ ਗੱਲ ਹੋਈ ਹੈ ਕਹਿੰਦੇ ਕਿ ਉੱਥੇ ਤੇ ਸੇਵਾਦਾਰਾਂ ਦੀ ਸਰਾਹ ਵੀ ਹੈਗੀ ਹੈ, ਉੱਥੇ SGPC ਦਾ ਵੀ ਦਫ਼ਤਰ ਹੈਗਾ, ਉੱਥੇ ਸਿੱਖ ਚੇਤਨਾ ਮਿਸ਼ਨ ਦਾ ਵੀ ਦਫ਼ਤਰ ਹੈਗਾ, ਉੱਥੇ ਕਈ ਹੋਰ ਦਫ਼ਤਰ ਵੀ ਹੈਗੇ ਆ। ਤੇ ਕੀ ਇਹ ਸਾਰੇ ਦਫ਼ਤਰਾਂ ਦੇ ਉੱਪਰ ਵੀ ਗਾਜ ਆਏਗੀ? ਕਿਉਂਕਿ ਜੇ ਇਹ ਧਾਰਮਿਕ ਜਾਂ ਜੇ ਧਾਰਮਿਕ ਕੰਮ ਜਿਹੜੇ ਹੈਗੇ ਜੇ ਇੱਥੇ ਨਹੀਂ ਹੋਣਗੇ ਤਾਂ ਫਿਰ ਕਿੱਥੇ ਹੋਣਗੇ? ਨਹੀਂ ਦੇਖੋ ਜੀ, ਜਿਹੜੀ ਪਾਰਟੀਆਂ ਦੀ ਗੱਲ ਹੁੰਦੀ ਹੈ, ਪਾਰਟੀਆਂ ਦਾ ਕੰਮ ਹੁੰਦਾ ਹੈ ਕਿ ਉਹ ਜਿੱਤ ਕੇ ਜਦੋਂ ਆਉਣਗੀਆਂ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਭਵਨ ਦੇ ਵਿੱਚ ਕਮਰੇ ਮਿਲੇ ਹੋਏ ਨੇ। ਬਿਲਕੁਲ ਠੀਕ ਗੱਲ ਹੈ। ਭਵਨ ਦੇ ਵਿੱਚ ਪ੍ਰੈਜ਼ੀਡੈਂਟ ਦਾ ਕਮਰਾ ਹੈਗਾ, ਵਾਈਸ ਪ੍ਰੈਜ਼ੀਡੈਂਟ ਦਾ ਕਮਰਾ ਹੈ, ਧਰਮ ਪ੍ਰਚਾਰ ਦਾ ਕਮਰਾ ਹੈ, IT ਦਾ, ਲੀਗਲ ਦਾ, ਉਹ ਸਾਰੇ ਕਮਰੇ ਉੱਥੇ ਹੈਗੇ ਨੇ। ਹੁਣ ਤੇ ਕਈ ਕਮਰੇ ਇਹਨਾਂ ਨੇ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਗੁਰੂ ਅਰਜਨ ਦੇਵ ਨਿਵਾਸ ਵਿੱਚ ਵੀ ਕਈ ਕਮਰੇ ਡਿਪਾਰਟਮੈਂਟ ਬਣਾਏ ਨੇ। ਹਾਂਜੀ ਤੇ ਪਰ ਉਹ ਡਿਪਾਰਟਮੈਂਟ ਹੈ ਤਾਂ ਦਿੱਲੀ ਕਮੇਟੀ ਦੀ ਵਰਕਿੰਗ ਦੇ ਵਿੱਚ ਹੀ ਨਾ। ਉਹ ਤੇ ਦਿੱਲੀ ਕਮੇਟੀ ਉਹਨਾਂ ਨੇ ਕਈ ਪਰਚੇਜ਼ ਡਿਪਾਰਟਮੈਂਟ ਵੀ ਬਣਾਏ ਆ, ਉਹਨਾਂ ਬਿਲਡਿੰਗ ਕਮੇਟੀ ਡਿਪਾਰਟਮੈਂਟ ਵੀ ਬਣਾਇਆ, ਉਹਨਾਂ ਨੇ ਟਰਾਂਸਪੋਰਟ ਡਿਪਾਰਟਮੈਂਟ ਵੀ ਬਣਾਇਆ ਹੈ। ਉਹ ਵਰਕਿੰਗ ਦੇ ਆਰ ਵਰਕਿੰਗ ਅੰਡਰ DSGMC ਆਰਗੇਨਾਈਜੇਸ਼ਨ।
ਬਿਲਕੁਲ ਬਣਾਉਣਾ ਚਾਹੀਦਾ। ਦੇਖੋ ਜਿਹੜੇ ਡਿਪਾਰਟਮੈਂਟ ਦੀ ਲੋੜ ਹੈ ਸੁਚੱਜੇ ਢੰਗ ਨਾਲ ਚਲਾਉਣ ਦੀ ਡੀਐਸਜੀਐਮਸੀ ਨੂੰ, ਉਹ ਡਿਪਾਰਟਮੈਂਟ ਬਣਾਇਆ ਜਾਏ। ਠੀਕ ਹੈ। ਮਗਰ ਸਿਆਸੀ ਪਾਰਟੀਆਂ ਡੀਐਸਜੀਐਮਸੀ ਨੂੰ ਨਹੀਂ ਚਲਾ ਰਹੀਆਂ ਨਾ, ਹੂੰ ਇਹ ਤੇ ਇਲੈਕਟਡ ਮੈਂਬਰ ਚਲਾ ਰਹੇ ਨੇ। ਹੂੰ ਹੂੰ ਤੇ ਫਿਰ ਕੱਲ ਨੂੰ 6 ਪਾਰਟੀਆਂ ਦੇ ਹੋਰ ਦਫ਼ਤਰ ਖੁੱਲਣ ਤੇ ਫਿਰ ਉਹਨੂੰ ਕੋਈ ਨਵੀਂ ਪਾਰਟੀ ਆ ਕੇ ਬੰਦ ਕਰਾਏ ਤੇ ਫਿਰ ਇੱਥੇ ਕੀ ਲੜਾਈ ਝਗੜੇ ਕਰਾਉਣੇ ਅਸੀਂ? ਹੂੰ ਇੱਥੇ ਕੀ ਚਾਹੁੰਦੇ ਆ ਕਿ ਅਸੀਂ ਫਿਰ ਕਿਰਪਾ ਨਾ ਚਰਨ, ਫਿਰ ਪੱਗਾ ਉਤਰਨ, ਕਿ ਇੱਕ ਨਵੀਂ ਪਾਰਟੀ ਆਏ ਉਹ ਦੂਜੇ ਨੂੰ ਹਰਾਏ, ਫਿਰ ਤੀਜੀ ਆਏ ਉਹ ਪਹਿਲੇ ਨੂੰ ਹਰਾਏ ਤੇ ਉਹ ਆਪਣਾ ਦਫ਼ਤਰ ਖੋਲੇ ਉਹਦਾ ਬੰਦ ਕਰੇ। ਇਹੀ ਕੰਮ ਹੁੰਦੇ ਰਹਿੰਦੇ। ਠੀਕ ਹੈ। ਤੇ ਇਸ ਤੋਂ ਚੰਗਾ ਤੇ ਇਹੀ ਹੈ ਕਿ ਜੋ ਐਕਟ ਦੇ ਵਿੱਚ ਲਿਖਿਆ ਹੈ, ਜੋ ਲਾਅ ਹੈ, ਅਸੀਂ ਉਸ ਲਾਅ ਨੂੰ ਫੋਲੋ ਕਰੀਏ। ਦੇਖੋ ਜੀ, ਜੋ ਜਨਤਾ ਵਾਸਤੇ, ਜੋ ਸਿੱਖ ਸੰਗਤ ਵਾਸਤੇ ਲਾਅ ਹੈ, ਜੋ ਸਿੱਖ ਸੰਗਤ ਵਾਸਤੇ ਐਕਟ ਹੈ, ਉਹੀ ਇਹਨਾਂ ਸਿਆਸੀਆਂ ਪਾਰਟੀਆਂ ਵਾਸਤੇ ਵੀ ਐਕਟ ਹੈ, ਇਹੀ ਲੀਡਰ ਵਾਸਤੇ ਵੀ ਉਹੀ ਐਕਟ ਹੈ। ਤੇ ਇਹਨਾਂ ਨੂੰ ਵੀ ਫੋਲੋ ਕਰਨਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਸਿਰਫ ਸਟਾਫ ਹੀ ਫੋਲੋ ਕਰੇ, ਸਿਰਫ ਸੰਗਤ ਹੀ ਉਸ ਐਕਟ ਨੂੰ ਫੋਲੋ ਕਰੇ। ਠੀਕ ਹੈ। ਹੁਣ ਕੋਈ ਕੱਲ ਨੂੰ ਆ ਜਾਏ ਜੀ ਮੈਂ ਤੇ ਸਿੱਖਾਂ ਦੇ ਭਲੇ ਦਾ ਕੰਮ ਕਰਨਾ ਜੀ, ਮੇਰੀ ਇਹ ਆਰਗੇਨਾਈਜੇਸ਼ਨ ਹੈ ਜਾਂ ਮੇਰਾ ਇਸ ਪ੍ਰੋਫੈਸ਼ਨ ਦੇ ਵਿੱਚ ਹੈਗਾ ਵਾ, ਤੇ ਮੈਨੂੰ ਵੀ ਆਫਿਸ ਉੱਥੇ ਦੇ ਦਿਓ, ਉੱਥੇ ਉਹਨੂੰ ਵੀ ਆਫਿਸ ਦੇ ਦਿਓ। ਫਿਰ ਤੇ ਆਫਿਸ ਹੀ ਆਫਿਸ ਹੋ ਜਾਣਗੇ, ਫਿਰ ਹੋਰ ਕੀ ਰਹਿ ਜਾਣਾ ਗੁਰਦੁਆਰੇ ਦੇ ਵਿੱਚ। ਠੀਕ ਹੈ। ਕੁਲਜੀਤ ਸਿੰਘ ਜੀ, ਤੁਹਾਡੇ ਕੋਲ ਮੈਂ ਆਉਣਾ ਚਾਹਾਂਗਾ। ਤਕਰੀਬਨ ਆਖਰੀ 1-2 ਮਿੰਟਾਂ ਦੇ ਵਿੱਚ ਅਸੀਂ ਜੋ ਹੈ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਥੋੜਾ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਵੀ ਕੀ ਏਜੰਡਾ ਕੀ ਹੈਗਾ ਤੁਹਾਡਾ ਇਸ ਸਮੇਂ ਦੇ ਵਿੱਚ, ਜਿੱਥੇ 4-5 ਮਹੀਨੇ ਸਿਰਫ ਦਿੱਲੀ ਕਮੇਟੀ ਦੀ ਇਲੈਕਸ਼ਨਾਂ ਨੂੰ ਬਚੇ ਹੈਗੇ ਆ। ਤੁਹਾਡੇ ਵੱਲੋਂ 4-5 ਮਹੀਨੇ ਪਹਿਲੇ ਇੱਕ ਸਿਆਸੀ ਪਾਰਟੀਆਂ, 3-4 ਪਾਰਟੀਆਂ ਦੇ ਉੱਪਰ ਜਿਹੜਾ ਹੈਗਾ ਇੱਕ ਦਾ ਤੁਸੀਂ ਇੱਕ ਪੇਚ ਖੇਲ ਰਹੇ ਹੋ, ਔਰ ਤੁਸੀਂ ਉਹਨਾਂ ਨੂੰ ਇੱਕ ਲੀਗਲ, ਉਹਨਾਂ ਦੇ ਦਫ਼ਤਰਾਂ ਨੂੰ ਖਾਲੀ ਕਰਾਉਣ ਵਾਸਤੇ ਜਿਹੜਾ ਹੈਗਾ ਨੋਟਿਸ ਭੇਜ ਰਹੇ ਹੋ। ਹੋਰ 4-5-6 ਮਹੀਨੇ ਨੂੰ ਦਿੱਲੀ ਕਮੇਟੀ ਦੀ ਇਲੈਕਸ਼ਨਾਂ ਜਿਹੜੀਆਂ ਹੈਗੀਆਂ ਉਹ ਅਨਾਉਂਸ ਹੋਈਆਂ। ਸੋ ਏਜੰਡਾ ਕੀ ਹੈ ਤੁਹਾਡਾ? ਕੀ ਰਾਜਨੀਤਿਕ ਪਬਲਿਸਿਟੀ ਵਾਸਤੇ ਤੁਸੀਂ ਇਹ ਕਾਰਨ ਕੀਤਾ, ਜਾਂ ਇਸ ਤੋਂ ਪਹਿਲੇ ਵੀ ਤੁਸੀਂ ਕੁਝ ਇਹੋ ਜਿਹੇ ਜਿਹੜੇ ਹੈਗੇ ਉਪਰਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਏ ਸੀਗੇ, ਜਾਂ ਕੋਈ ਹੋਰ ਵੀ ਜੋ ਕਿ ਕੌਮ ਦੇ ਹਿੱਤ ਦੇ ਵਿੱਚ ਕਈ ਨੋਟਿਸ ਭੇਜੇ ਸੀਗੇ, ਜਾਂ ਸਿਰਫ ਜੋ ਹੈਗਾ ਤੁਸੀਂ ਨਿੱਜੀ ਜਿਹੜਾ ਹਿੱਤਾਂ ਨੂੰ ਦੇਖਦੇ ਹੋਏ ਜਿਹੜਾ ਹੈਗਾ ਤੁਸੀਂ ਇੱਕ ਕਹਿੰਦੇ ਨਾ ਕਿ ਪਬਲਿਸਿਟੀ ਲੈਣ ਵਾਸਤੇ ਇਸ ਮੁੱਦੇ ਨੂੰ ਤੁਸੀਂ ਚੁੱਕ ਰਹੇ ਹੋ? ਕੀ ਕਹਿਣਾ ਚਾਹੋਗੇ ਕੁਲਜੀਤ ਸਿੰਘ ਜੀ? ਵੀਰ ਜੀ, ਪਹਿਲੀ ਗੱਲ ਤੇ ਇਹਦੇ ਨਾਲ ਨਾ ਤੇ ਸਾਡਾ ਕੋਈ ਪਰਸਨਲ ਇੰਟਰਸਟ ਹੈ, ਨਾ ਇਹਦੇ 'ਚ ਸਾਡਾ ਕੋਈ ਪਰਸਨਲ ਗੇਨ ਹੈ। ਦੂਸਰੀ ਗੱਲ ਕਿ ਅਸੀਂ ਅਗਰ ਥੋੜਾ ਜਿਹਾ ਬੈਕਗਰਾਉਂਡ 'ਚ ਚੱਲੀਏ, ਅੱਜ ਤੋਂ 5-6 ਸਾਲ ਪਹਿਲੇ ਕਮੇਟੀ ਨੂੰ ਇੱਕ ਅਸੀਂ, ਜਦੋਂ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ, ਬਿਕੋਜ਼ ਮੈਂ 2-3 ਔਰ ਜਗਮਿੰਦਰ ਵੀਰ ਜੀ ਇੱਕ ਦੋ ਐਨਜੀਓ ਦੇ ਅਸੀਂ ਪਾਰਟ ਹੈਗੇ ਆ, ਰਿਪਰੈਜ਼ੈਂਟੇਟਿਵ ਹੈਗੇ ਆ। ਸਾਡਾ ਬੇਸਿਕ ਪਰਪਸ ਹੈਗਾ ਕਿ ਪੈਸਾ ਐਜੂਕੇਸ਼ਨ ਤੇ ਲਗਾਇਆ ਜਾਏ, ਨਾ ਕਿ ਫालतू ਦੀ ਚੀਜ਼ਾਂ ਤੇ। ਅੱਜ ਸਾਨੂੰ ਐਜੂਕੇਸ਼ਨ ਦੀ ਲੋੜ ਹੈਗੀ ਹੈ। ਅੱਜ ਸਾਡੀ ਐਜੂਕੇਸ਼ਨ ਕਿਹੜੇ ਪੱਧਰ ਤੇ ਖੜੀ ਹੈ ਮੇਰੇ ਤੋਂ ਬਿਹਤਰ ਤੁਸੀਂ ਜਾਣਦੇ ਹੋ। ਇਹ ਜਿਹੜਾ ਪੈਸਾ ਇੱਧਰ ਵੇਸਟ ਹੋ ਰਿਹਾ, ਕਿਤੇ ਨਾ ਕਿਤੇ ਐਜੂਕੇਸ਼ਨ ਤੇ ਲਗਾਇਆ ਜਾ ਸਕਦਾ ਹੈ। ਨੰਬਰ 1, ਅਸੀਂ ਇੱਕ ਪ੍ਰਪੋਜ਼ਲ ਦਿੱਤਾ ਸੀਗਾ ਜੋ ਕਾਫੀ ਲੈਂਥ ਦੇ ਵਿੱਚ ਡਿਟੇਲ 'ਚ ਡਿਸਕਸ ਹੋਇਆ ਸੀਗਾ ਕਿ 46 ਜੇਤੂ ਮੈਂਬਰ ਜਦੋਂ ਪਿਛਲੀ ਵਾਰੀ ਕਮੇਟੀ ਦੇ ਵਿੱਚ ਆਏ ਸਨ, ਉਹਨਾਂ ਦਾ ਇੱਕ ਡਿਊਟੀ ਬਣਦੀ ਹੈਗੀ ਉਹ ਆਪਣੇ ਏਰੀਆ ਦੇ ਵਿੱਚੋਂ, ਬਿਕੋਜ਼ ਉਹਨਾਂ ਨੂੰ ਆਪਣੇ ਵੋਟਰ ਲਿਸਟ ਦੇ ਬਾਰੇ ਪਤਾ ਹੈ, ਉਹਨਾਂ ਨੂੰ ਪਰਿਵਾਰਾਂ ਦੇ ਬਾਰੇ ਪਤਾ ਹੈ, ਉਹਨਾਂ ਨੂੰ ਆਪਣੇ ਇੱਕ ਵੋਟਰ ਦੇ ਬਾਰੇ ਪਤਾ ਹੈ। ਅਗਰ ਉਹ ਆਪਣੀ ਡਿਊਟੀ ਸਮਝ ਕੇ ਆਪਣੇ ਇਲਾਕਿਆਂ 'ਚੋਂ ਅਗਰ ਜਿਹੜੇ ਬੱਚੇ ਐਜੂਕੇਟ ਨਹੀਂ ਹੋ ਪਾ ਰਹੇ, ਜਿਨ੍ਹਾਂ ਦੇ ਕੋਲ ਫਾਈਨੈਂਸ਼ੀਅਲ ਕ੍ਰਾਈਸਿਸ ਨੇ, ਜਿਹੜੇ ਫਾਈਨੈਂਸ਼ੀਅਲੀ ਲਿਮਿਟਡ ਪਾਕਟ ਵਾਲੇ ਨੇ, ਲੇਕਿਨ ਆਪਣੇ ਅਧਾਰਿਆਂ 'ਚੋਂ ਤੁਸੀਂ ਅਗਰ ਇੱਕ ਕਮਿਟਮੈਂਟ ਲੈ ਕੇ ਚਲੋ ਕਿ ਮੈਂ ਆਪਣੇ ਏਰੀਆ 'ਚੋਂ ਇੱਕ ਡਾਕਟਰ ਬਣਾਉਣਾ ਹੈ ਸਿੱਖ, ਮੈਂ ਆਪਣੇ ਏਰੀਆ 'ਚੋਂ ਇੱਕ ਲਾਇਰ ਬਣਾਉਣਾ ਹੈ, ਮੈਂ ਆਪਣੇ ਏਰੀਆ 'ਚੋਂ ਇੱਕ ਆਈਪੀਐਸ ਆਫੀਸਰ ਕੱਢਣਾ ਹੈ, ਮੈਂ ਆਪਣੇ ਏਰੀਆ 'ਚੋਂ ਅਲੱਗ-ਅਲੱਗ ਪ੍ਰੋਫੈਸ਼ਨਲ ਕੱਢਣੇ ਨੇ, ਤੇ ਉਹਨਾਂ ਦੀ ਡਿਊਟੀ ਨਹੀਂ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਉਹਨਾਂ ਦੇ ਰਾਈਟਸ ਨੇ, ਠੀਕ ਹੈ, ਆਫਿਸ ਮੈਂ ਤੁਹਾਡੀ ਗੱਲ ਵੀ ਜਸਟੀਫਾਈ ਕਰਨਾ, ਲੇਕਿਨ ਅੱਜ ਅਸੀਂ ਐਜੂਕੇਸ਼ਨ 'ਚ ਕਿੱਥੇ ਖੜੇ ਹਾਂ? ਤਾਂ ਹੀ ਯਾਰ ਸਾਡੀਆਂ ਪੱਗਾਂ ਉਤਰ ਰਹੀਆਂ ਨੇ। ਅੱਜ ਅਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿੱਥੇ ਖੜੇ ਹਾਂ? ਨਾ ਸਾਡੇ ਆਈਪੀਐਸ ਹੈਗੇ ਨੇ, ਦਿੱਲੀ ਦੇ ਵਿੱਚ ਦੱਸੋ ਕਿੰਨੇ ਆਈਪੀਐਸ ਹੈਗੇ ਨੇ ਸਿੱਖ? ਨਾ ਸਾਡੀ ਲੀਗਲ ਲੌਬੀ ਦੇ ਵਿੱਚ ਕਿਧਰੇ ਸਿੱਖ ਲਾਇਰ ਹੈਗੇ ਨੇ, ਨਾ ਅਸੀਂ ਜੁਡੀਸ਼ਰੀ ਦੇ ਵਿੱਚ ਹੈਗੇ, ਨਾ ਅਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੇ, ਨਾ ਅਸੀਂ ਡਿਪਾਰਟਮੈਂਟ 'ਚ ਹੈਗੇ, ਕਿਉਂਕਿ ਅਸੀਂ ਪੜ੍ਹ ਹੀ ਨਹੀਂ ਰਹੇ। ਸਾਡਾ ਫੋਕਸ ਹੀ ਨਹੀਂ ਪੜ੍ਹਾਈ ਦਾ। ਪਿਛਲੇ 10 ਸਾਲ ਦੇ ਵਿੱਚੋਂ 2 ਟਰਮ ਹੋ ਗਏ ਨੇ ਪਾਰਟਿਕੂਲਰ ਕਮੇਟੀ ਨੂੰ ਬੈਠੇ ਹੋਏ। ਤੁਸੀਂ ਮੈਨੂੰ ਦੱਸੋ ਕਿ ਕਿਤਨੇ ਬੱਚਿਆਂ ਨੇ ਕੈਟ ਕਲੀਅਰ ਕੀਤਾ ਹੈ? ਤੁਸੀਂ ਡੇਟਾ ਲੈ ਲਓ ਦਿੱਲੀ ਕਮੇਟੀ ਦੇ ਕੋਲੋਂ ਕਿ 2 ਟਰਮ ਤੁਹਾਨੂੰ ਹੋ ਗਏ ਨੇ, ਇੱਕ ਬੱਚਿਆਂ ਦੀ ਲਿਸਟ ਦੇ ਦਿਓ ਵੀ ਜਿਨ੍ਹਾਂ ਨੇ ਤੁਸੀਂ ਕੈਟ ਕਲੀਅਰ ਕੀਤਾ ਹੈ। 11ਵੀਂ ਦੇ ਵਿੱਚ ਤੁਸੀਂ ਕੈਟ ਦੀ ਤਿਆਰੀ ਕਰਾ ਰਹੇ ਹੋ, 12ਵੀਂ 'ਚ ਕਰਾ ਰਹੇ ਹੋ, 10ਵੀਂ 'ਚ ਕਰਾ ਰਹੇ ਹੋ। ਐਜੂਕੇਸ਼ਨ ਵਾਲੇ ਪਾਸੇ ਧਿਆਨ ਕਿੱਥੇ ਹੈ? ਟੀਚਰਾਂ ਨੂੰ ਤਨਖਾਹ ਨਹੀਂ ਜਾ ਰਹੀ, ਬੱਚੇ ਪੜ੍ਹ ਨਹੀਂ ਪਾ ਰਹੇ, ਕਿਉਂਕਿ ਟੀਚਰ ਪੈਸੇ ਵਾਸਤੇ ਪਰੇਸ਼ਾਨ ਨੇ। ਉਹ ਪੜ੍ਹਾਉਣਗੀਆਂ ਕਿ ਪੈਸੇ ਵਾਸਤੇ ਫੋਲੋ ਅਪ ਕਰਨਗੀਆਂ? ਅੱਜ 17,000 ਬੱਚਿਆਂ ਦੀ ਪੂਰੀ ਲਾਈਫ ਸਟੇਕ ਤੇ ਹੈ। ਠੀਕ ਹੈ,
ਠੀਕ ਹੈ ਗੁਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ। ਜਗਵਿੰਦਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੋਗੇ ਇਸ ਮਾਮਲੇ ਦੇ ਉੱਪਰ, ਕਿਉਂਕਿ ਵਕਤ ਜਿਹੜਾ ਹੈਗਾ ਥੋੜਾ ਜਿਹਾ ਹੀ ਹੈਗਾ ਸਾਡੇ ਕੋਲ। ਆਪਾਂ ਕਲੋਜ਼ਿੰਗ ਦੇ ਵਿੱਚ ਹੀ ਤੁਹਾਡੇ ਤੋਂ ਜੀ ਬਿਲਕੁਲ ਗੱਲ ਬਿਲकुल, ਕਰਾਂਗੇ मैं ਕਿ तो ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਨੋਟਿਸ ਦਾ ਜਵਾਬ ਦਿੱਤਾ ਜਾਏਗਾ ਜਾਂ ਆਈ ਚਲਾਈ ਗੱਲ ਰਹਿ ਜਾਏਗੀ। ਜੀ ਮੈਨੂੰ ਹੁਣੇ ਤੱਕ ਤੇ ਜਿੱਥੋਂ ਤੱਕ ਜੋ ਸਾਰੇ ਰਿਪੋਰਟਰਸ ਦੇ ਥਰੂ ਖਬਰਾਂ ਜੋ ਸਭ ਨੇ ਲਗਾਈਆਂ ਨੇ, ਉਹ ਇਹੀ ਲਗਾਈਆਂ ਨੇ ਕਿ ਹਲੇ ਤੱਕ ਇਹਨਾਂ ਨੂੰ ਲੀਗਲ ਨੋਟਿਸ ਨਹੀਂ ਮਿਲਿਆ ਤੇ ਮੈਨੂੰ ਕੋਈ ਜ਼ਿਆਦਾ ਉਮੀਦ ਨਹੀਂ ਲੱਗ ਰਹੀ। ਮਗਰ ਫਿਰ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਉੱਥੇ ਜਿਹੜੇ ਸਿਆਸੀ ਪਾਰਟੀਆਂ ਦੇ ਦਫ਼ਤਰ ਨੇ ਉਹਨਾਂ ਨੂੰ ਬੰਦ ਕਰਕੇ ਉਹਨਾਂ ਥਾਂ ਤੇ ਕੋਈ ਸਿਵਲ ਸਰਵਿਸਿਜ਼ ਦੇ ਕੋਚਿੰਗ ਸੈਂਟਰ ਖੋਲ ਦਿੱਤੇ ਜਾਣ, ਕੋਈ ਲਾਅ ਪੜ੍ਹਾਉਣ ਵਾਲੇ ਕੋਚਿੰਗ ਸੈਂਟਰਸ ਖੋਲੇ ਜਾਣ ਜਿੱਥੇ ਕਿ ਜੁਡੀਸ਼ਰੀ ਦੀ ਪੜ੍ਹਾਈ ਕਰਾਈ ਜਾਏ, LLB ਦੀ ਪੜ੍ਹਾਈ ਕਰਾਈ ਜਾਏ, ਇੰਜੀਨੀਅਰਿੰਗ ਦੀ ਪੜ੍ਹਾਈ ਕਰਾਈ ਜਾਏ, ਕਿਉਂਕਿ ਕੋਈ ਛੋਟੀ ਥਾਂ ਨਹੀਂ ਹੈ, ਬਹੁਤ ਵੱਡੀ ਥਾਂ ਹੈ। ਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀ ਹੈ ਕਿ ਉਹ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਅੱਗੇ ਲਿਆਉਣ ਵਾਸਤੇ ਸੋਚਣ, ਉਹਨਾਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਹੈ, ਉਹਨਾਂ ਨੂੰ ਹੋਰ ਉੱਤੇ ਕਿੱਥੇ ਲੈ ਕੇ ਜਾਣਾ ਹੈ ਕਿ ਅੱਜ ਉਹਨਾਂ ਦੀ NCC ਦੀ ਟ੍ਰੇਨਿੰਗ ਵਾਸਤੇ ਉਹਨਾਂ ਦੇ ਵਾਸਤੇ ਕੋਚਿੰਗ ਸੈਂਟਰ ਖੋਲੇ ਜਾਣ ਕਿ ਕੱਲ ਨੂੰ ਅੱਗੇ ਆਰਮੀ ਜੁਆਇਨ ਕਰਨ, 에ਅਰ ਫੋਰਸ ਜੁਆਇਨ ਕਰਨ, ਉੱਥੇ ਪੜ੍ਹਾਈਆਂ ਕਰਾਈਆਂ ਜਾਣ ਤਾਂ ਕਿ ਇੱਕ ਜਿਹੜੀ ਸਿੱਖੀ ਦੀ ਅਪਲਿਫਟਮੈਂਟ ਹੈ, ਉਹ ਇੱਕ ਸਿੱਖ ਦਾ ਕਿਰਦਾਰ ਜਿਹੜਾ ਹੈ ਉਹ ਇੱਕ ਅੱਛੇ ਅਹੁਦੇਦਾਰਾਂ ਤੇ ਪਹੁੰਚ ਕੇ ਅੱਜ ਅਸੀਂ ਕੋਈ ਸਾਡਾ ਕੈਨੇਡਾ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਸਿੱਖ ਬੀਬੀ ਸੁਪਰੀਮ ਕੋਰਟ ਦੇ ਵਿੱਚ ਜੱਜ ਬਣੇ ਨੇ। ਅੱਜ ਉਹਨਾਂ ਨੇ ਸਾਰਿਆਂ ਦੇ ਪੋਸਟ ਸ਼ੇਅਰ ਕੀਤੇ, ਸਭ ਨੇ ਕੀਤੇ, ਦਿੱਲੀ ਕਮੇਟੀ ਦੇ ਪ੍ਰਧਾਨ ਜੀ ਨੇ ਕੀਤੇ, GK ਜੀ ਨੇ ਕੀਤੇ, ਸਰਨਾ ਜੀ ਨੇ ਕੀਤੇ, ਸਭ ਨੇ ਪੋਸਟ ਸ਼ੇਅਰ ਕੀਤੇ। ਕਿਉਂ? ਕਿਉਂਕਿ ਇੱਕ ਅੱਛੇ ਅਹੁਦੇ ਤੇ ਪਹੁੰਚ ਗਏ। ਤੇ ਇਸ ਤਰ੍ਹਾਂ ਦੇ ਅਗਰ ਜੇਕਰ ਅਸੀਂ ਆਪਣੇ ਦਿੱਲੀ ਦੇ ਵਿੱਚ, ਇੰਡੀਆ ਦੇ ਵਿੱਚ ਅਗਰ ਅਸੀਂ ਸਿੱਖ ਬੱਚਿਆਂ ਦਾ ਅਗਰ ਹੱਥ ਨਹੀਂ ਫੜਾਂਗੇ ਤੇ ਉਹਨਾਂ ਦਾ ਫਿਰ ਹੱਥ ਕੌਣ ਫੜੇ? ਇਹ ਦਿੱਲੀ ਕਮੇਟੀ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹਨਾਂ ਬੱਚਿਆਂ ਦਾ ਹੱਥ ਫੜਨ। ਅੱਜ ਜੋ ਲੋਕਡਾਊਨ ਹੋਇਆ, ਜਿਹੜੇ ਸਿੰਘ ਸਭਾ ਗੁਰਦੁਆਰੇ ਸੀਗੇ ਜਾਂ ਹੋਰ ਗੁਰਦੁਆਰੇ ਸੀਗੇ, ਉਹਨਾਂ ਦੇ ਸੇਵਾਦਾਰ ਜਿਹੜੇ ਇੰਡੀਵਿਜੂਅਲ ਮਤਲਬ ਜਿਹੜੇ ਖੁੱਲੇ ਕੀਰਤੀਏ ਸੀਗੇ, ਜਿਹੜੇ ਪਾਠੀ ਸਿੰਘ ਸੀਗੇ, ਜਿਹੜੇ ਪਾਠੀਆਂ ਦੀ ਰੋਲ ਲਗਾਉਂਦੇ ਸੀ ਅਖੰਡ ਪਾਠ ਸਾਹਿਬਾਂ ਦੀਆਂ, ਤੇ ਹੋਰ ਜਿਹੜੇ, ਉਹਨਾਂ ਦੀ ਬਾਂਹ ਕਿਸਨੇ ਫੜੀ? ਜਿਹੜੀ ਲੋਕਲ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਫੜੀ। ਠੀਕ ਹੈ, ਮੁੱਢਲਾ ਫਰਜ਼ ਬਣਦਾ ਸੀਗਾ ਦਿੱਲੀ ਕਮੇਟੀ ਦਾ। ਠੀਕ ਹੈ ਜੀ, ਬਹੁਤ ਇਹ ਫੰਡਸ ਉੱਥੇ ਲਗਾਏ ਜਾਣ ਇਹ ਬੜਾ ਹੀ ਸ਼ਲਾਘਾਯੋਗ ਕਦਮ ਹੋਵੇਗਾ ਤੇ ਅਸੀਂ ਇਸ ਦੀ ਸਰਾਹਨਾ ਵੀ ਕਰਾਂਗੇ ਕਿ ਇਹਨਾਂ ਨੇ ਬਹੁਤ ਵਧੀਆ ਕਦਮ ਚੁੱਕਿਆ। ਠੀਕ ਹੈ ਜੀ ਜਗਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਲਜੀਤ ਸਿੰਘ ਜੀ, ਅਖੀਰਲਾ ਮੈਂ ਲਾਸਟ ਕਮੈਂਟ ਤੁਹਾਡੇ ਤੋਂ ਲਵਾਂਗਾ ਕਿਉਂਕਿ ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ। ਤੁਸੀਂ ਇਸ ਬਾਰੇ ਚ ਕੀ ਕਹਿਣਾ ਚਾਹੋਗੇ? ਤੁਹਾਡੇ ਤੋਂ ਅਸੀਂ ਲਾਸਟ ਕਮੈਂਟ ਲੈ ਕੇ ਸਮਾਪਤੀ ਕਰਾਂਗੇ ਜੀ। ਮੈਂ ਇੱਕ ਗੱਲ ਹੋਰ ਐਡ ਕਰਨਾ ਕਿ ਅੱਜ ਜੋ ਸਾਡੇ ਸੇਵਾਦਾਰ ਨੇ, ਜੋ ਅਲੱਗ-ਅਲੱਗ ਗੁਰਦੁਆਰੇ ਕਮੇਟੀਆਂ ਦੇ ਵਿੱਚ ਗੁਰਦੁਆਰੇ ਸਭਾਵਾਂ 'ਚ ਸੇਵਾ ਕਰ ਰਹੇ ਨੇ, ਵੀਰ ਜੀ ਨੇ ਗੱਲ ਕਿਉਂਕਿ ਇਹਦੇ ਬਾਬਤ ਵੀ ਅਸੀਂ ਰਿਪਰੈਜ਼ੈਂਟੇਸ਼ਨ ਦੇ ਰਹੇ ਕਿ ਸੇਵਾਦਾਰ ਜਿਹੜੇ 25 ਸਾਲ 30 ਸਾਲ ਤੋਂ ਨੌਕਰੀ ਕਰ ਰਹੇ ਨੇ, ਉਹਨਾਂ ਦੀ ਤਨਖਾਹ 20,000 25,000 ਤਨਖਾਹ ਹੈ। ਉਹਨੂੰ 25,000 ਦੇ ਵਿੱਚ ਸੇਵਾਦਾਰ ਕਿਵੇਂ ਆਪਣੇ ਪਰਿਵਾਰ ਨੂੰ ਮੇਨਟੇਨ ਕਰੇਗਾ? ਅੱਜ 25 ਸਾਲ ਦੀ ਨੌਕਰੀ ਗਵਰਨਮੈਂਟ ਜੌਬ ਦੇ ਵਿੱਚ ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਜੌਬ ਕਰਦਾ ਹੈ, ਉਹਦੀ ਸੈਲਰੀ 35-40,000 ਰੁਪਏ ਘੱਟ ਤੋਂ ਘੱਟ ਹੈਗੀ ਹੈ। ਤੁਸੀਂ ਦੇਖੋ ਕਿਰਦਾਰ ਕਿੱਥੇ ਜਾ ਰਿਹਾ ਹੈ। 20,000 ਦੇ ਵਿੱਚ ਇੱਕ ਸੇਵਾਦਾਰ ਕਿਵੇਂ ਪਰਿਵਾਰ ਪਾਲੇਗਾ? ਅੱਜ ਕੋਈ ਅੱਛੇ ਪਰਿਵਾਰ ਦਾ ਬੱਚਾ ਸੇਵਾਦਾਰੀ ਚਾਹ ਰਿਹਾ ਹੈ? ਸਾਰੇ ਯੂਪੀ ਬਿਹਾਰ ਦੇ ਬੱਚੇ ਸੇਵਾਦਾਰੀ ਚਾਹ ਰਹੇ ਨੇ, ਉਹਨਾਂ ਨੂੰ ਕਿਰਪਾਨਾਂ ਪਾ ਕੇ 2 ਜਪਜੀ ਸਾਹਿਬ ਸਿਖਾ ਕੇ ਉਹਨਾਂ ਨੂੰ ਸੇਵਾਦਾਰ ਲਗਾਇਆ ਜਾ ਰਿਹਾ। ਸਾਡਾ ਫਿਊਚਰ ਕਿੱਥੇ ਜਾ ਰਿਹਾ ਵੀਰ ਜੀ? 5 ਸਾਲ 7 ਸਾਲ 10 ਸਾਲ ਬਾਅਦ ਸੇਵਾਦਾਰ ਕਿੱਥੋਂ ਆਣਗੇ? ਜਦ ਉਹਨਾਂ ਨੂੰ ਪ੍ਰੋਪਰ ਫੈਸਿਲਿਟੀਜ਼ ਨਹੀਂ ਮਿਲਣਗੀਆਂ, ਤਨਖਾਹਾਂ ਨਹੀਂ ਮਿਲਣਗੀਆਂ। ਅਸੀਂ ਪੈਸਾ ਸਟਰਕਚਰ ਤੇ ਲਗਾ ਰਹੇ ਹਾਂ। ਇੱਕ ਕਮੇਟੀ ਆਂਦੀ ਹੈ, ਸਟਰਕਚਰ ਬਣਾਉਂਦੀ ਹੈ, ਦੂਜੀ ਤੋੜ ਦਿੰਦੀ ਹੈ। ਤੇ ਹੁਣ ਆਪਣੇ ਹੁਣ ਸਾਨੂੰ ਇੱਕ ਥਾਟ ਬੈਂਕ ਚਾਹੀਦਾ ਹੈ, ਇੱਕ ਬ੍ਰੇਨਸਟੋਰਮਿੰਗ ਚਾਹੀਦੀ ਹੈ ਜੋ ਅਗਲੇ 15-20 ਸਾਲ ਦੀ ਪਲੈਨਿੰਗ ਕਰੇ ਕਿ ਪੈਸਾ ਕਿੱਥੇ ਯੂਟਿਲਾਈਜ਼ ਕਰਨਾ ਹੈ। ਠੀਕ ਹੈ ਕੁਲਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ ਸੀਗੇ। ਜਗਵਿੰਦਰ ਸਿੰਘ ਜੀ, ਆਪ ਜੀ ਦਾ ਵੀ ਧੰਨਵਾਦ। ਸੰਗਤ ਜੀ, ਲੀਗਲ ਨੋਟਿਸ ਜੋ ਹੈਗਾ ਇਹਨਾਂ 2 ਸਿੱਖ ਵਕੀਲਾਂ ਵੱਲੋਂ ਜੋ ਹੈ ਭੇਜਿਆ ਗਿਆ ਹੈਗਾ ਔਰ ਉਸ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਪਹਿਲੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕੁਲਜੀਤ ਸਿੰਘ ਜੀ। ਜਗਵਿੰਦਰ ਸਿੰਘ, ਤੁਸੀਂ ਸਾਡੇ ਨਾਲ ਜੁੜੇ ਹੋ, ਗੁਰਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੰਗਤ ਜੀ, ਬਿਲਕੁਲ ਫਿਰ ਤੁਹਾਡੇ ਅੱਗੇ ਇਹੀ ਮੁੱਦਾ ਲੈ ਕੇ ਆਪਾਂ ਆਏ ਹੈਗੇ ਆ ਕਿ ਵੀ ਕੀ 7 ਦਿਨਾਂ ਦੇ ਵਿੱਚ ਗੁਰਦੁਆਰਾ ਕਮੇਟੀ ਦਾ ਜਿਹੜਾ ਦਫ਼ਤਰ ਹੈਗਾ ਕੀ ਉਹਨੂੰ ਖਾਲੀ ਕੀਤਾ ਜਾਏਗਾ? ਕੀ ਉਹਨੂੰ ਖਾਲੀ ਕਰਨ ਦੇ ਜਿਹੜੇ ਆ ਨੋਟਿਸ ਇਹਨਾਂ ਵੱਲੋਂ ਜੋ ਕਿ 2 ਵਕੀਲਾਂ ਵੱਲੋਂ ਭੇਜੇ ਗਏ ਆ, ਕੀ ਇਸ ਦੇ ਉੱਪਰ ਕਾਰਵਾਈ ਹੋਏਗੀ? ਇਸ ਦਾ ਜਵਾਬ ਵੀ ਦਿੱਤਾ ਜਾਏਗਾ ਜਾਂ ਆਈ ਚਲਾਈ ਗੱਲ ਹੋ ਜਾਏਗੀ? ਔਰ ਕੀ ਲੀਗਲ ਸੈੱਲ ਵੀ ਇਸ ਦਾ ਕੋਈ ਜਵਾਬ ਦੇਗਾ ਕਿ ਜਿਹੜਾ ਹੈਗਾ ਟੈਕਨੀਕਲੀ ਜਾਂ ਲੀਗਲੀ ਜਿਹੜਾ ਹੈਗਾ ਕਿ ਉਹ ਆਫਿਸਿਸ ਬੰਨੇ
ਜਾਇਜ਼ ਨੇ ਜਾਂ ਵਾਕਈ ਉਹ ਜਿਹੜਾ ਹੈਗਾ ਉਹਨਾਂ ਦੀ ਆਥੈਂਟਿਸਿਟੀ ਦੇ ਉੱਪਰ ਵੀ ਸਵਾਲ ਖੜੇ ਹੋਣਗੇ। ਇਹ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਆਉਣ ਵਾਲਾ ਸਮਾਂ ਹੀ ਦੇਗਾ। ਅਸੀਂ ਉਹਨਾਂ ਦੋਨਾਂ ਵਕੀਲਾਂ ਦੇ ਜਿਹੜੇ ਪੱਖ ਰੱਖੇ ਹੈ ਔਰ ਆਪਾਂ ਜ਼ਰੂਰ ਜਿਹੜਾ ਹੈਗਾ ਸਮਾਂ ਬਣੇਗਾ ਤੇ ਜ਼ਰੂਰ ਬਾਕੀ ਦੇ ਜਿਹੜੀ ਸਾਰੀ ਪਾਰਟੀਆਂ ਦੇ ਨੁਮਾਇੰਦੇ ਨੇ ਜੇ ਕੋਈ ਇਸ ਬਾਬਤ ਕੋਈ ਆਪਣੀ ਜਾਣਕਾਰੀ ਸਾਂਝੀ ਕਰਨਗੇ ਤਾਂ ਜ਼ਰੂਰ ਅਸੀਂ ਉਹ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਉਸ ਤਦ ਤੱਕ ਅਸੀਂ ਜਿਹੜਾ ਤੁਹਾਡੇ ਤੋਂ ਵਿਦਾ ਲੈਂਦੇ ਹੈਗੇ, ਗੁਰਪਤੇ ਦੀ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਦੇ ਰਹੋ ਜੀ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।